ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨਾ, ਪਦ ਪੰਕਜ ਬੰਦਨਾ। ਸਿਮਰੋ ਅੰਗਦ ਦੁਖ ਨਿਕੰਦਨਾ। ਅਮਰ ਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਹਾਰੋਂ ਤਹਾਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧਾ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤੈ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਦੇਹ ਆਤਮਾ ਮਿਲ ਇਕ ਭਏ, ਬਿਨ ਵਿਚਾਰ ਕਿਨ ਨਹਿ ਲਖ ਲਏ। ਤਿਨ ਕੋ ਪ੍ਰਿਥਮੈ ਹੋਤ ਵਿਚਾਰ, ਦਿਨ ਪ੍ਰਤ ਦੇਹ ਨਾ ਰਹੇ ਇਕ ਸਾਰ। ਦੇਹ ਆਤਮਾ ਮਿਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ।
ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਜਿਹੜੇ ਸਿੱਖ ਆਏ ਸਨ ਆ ਕਰਕੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਤੋਂ ਉਪਦੇਸ਼ ਦੀ ਪ੍ਰਾਪਤੀ ਕਰਨੀ ਕੀਤੀ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਹਨਾਂ ਸਿੱਖਾਂ ਦਾ ਵੇਰਵਾ ਦੱਸ ਰਹੇ ਹਨ। ਉਹਨਾਂ ਦੀਆਂ ਸਾਖੀਆਂ ਨੂੰ ਕਵੀ ਰਾਜ ਜੀ ਨੇ ਦਰਜ ਕਰਨਾ ਕੀਤਾ। ਜਿਸ ਤਰ੍ਹਾਂ ਕਿ ਢਿੰਗਾ ਨਾਈ ਆਏ ਸਨ, ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਮਹਾਰਾਜ ਜੀ ਨੇ ਉਪਦੇਸ਼ ਕਰਕੇ ਉਹਨਾਂ ਨੂੰ ਨਿਹਾਲ ਕਰਨਾ ਕੀਤਾ। ਫਿਰ ਬਾਅਦ ਦੇ ਵਿੱਚ ਪਿਆਰਿਓ ਜਿਹੜੇ ਲੁਹਾਰੀ ਦਾ ਕੰਮ ਕਰਦੇ ਸਨ ਉਹ ਵੀ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ। ਮਹਾਰਾਜ ਜੀ ਨੇ ਸ਼ੁਭ ਉਪਦੇਸ਼ ਦੇ ਕਰਕੇ ਉਹਨਾਂ ਦੀ ਕਲਿਆਣ ਕਰਨੀ ਕੀਤੀ। ਫਿਰ ਸਤਿਗੁਰੂ ਮਹਾਰਾਜ ਜੀ ਦੇ ਕੋਲ ਭਾਈ ਪਾਰੋ ਜੀ, ਨਾਮ ਜਿਨ੍ਹਾਂ ਦਾ ਪਾਰੋ ਹੈ ਤੇ ਜਾਤੀ ਜਿਨ੍ਹਾਂ ਦੀ ਜੁਲਕਾ ਜਾਤੀ ਦੇ ਨਾਲ ਇਹਨਾਂ ਦਾ ਸੰਬੰਧ ਵੱਜਦਾ, ਤੇ ਭਾਈ ਪਾਰੋ ਜੁਲਕਾ ਇਤਿਹਾਸ ਦੇ ਵਿੱਚ ਇਹ ਨਾਮ ਕਰਕੇ ਬਹੁਤ ਜ਼ਿਆਦਾ ਇਹਨਾਂ ਨੂੰ ਮਾਨ ਪ੍ਰਾਪਤ ਹੋਇਆ। ਤੇ ਪੰਜ ਪਿਆਰਿਆਂ ਦੇ ਵਿੱਚੋਂ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਬਾਬਾ ਪਾਰੋ ਜੁਲਕਾ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਸਨ। ਬਹੁਤ ਵੱਡੇ ਮਹਾਂਪੁਰਖ ਹੋਏ ਹਨ। ਦੂਜੇ ਪਾਤਸ਼ਾਹ ਜੀ ਕੋਲ ਆ ਕਰਕੇ ਉਪਦੇਸ਼ ਲੈਣਾ ਕੀਤਾ, ਕਮਾਈ ਕਰਨੀ ਕੀਤੀ। ਤੀਜੇ ਪਾਤਸ਼ਾਹ ਜੀ ਦੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਭਾਣਾ ਵਰਤਾਉਣਾ ਸੀ, ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜਿਆ, ਜਾਓ ਬਾਬਾ ਪਾਰੋ ਜੁਲਕਾ ਜੀ ਨੂੰ ਸੱਦ ਕੇ ਲੈ ਕੇ ਆਓ ਤੇ ਉਹਨਾਂ ਨੂੰ ਵਚਨ ਕਰਨਾ ਕਿ ਭਾਈ ਅਸੀਂ ਆਪਣੇ ਤਨ ਦਾ ਤਿਆਗ ਕਰਨਾ ਹੈ ਤੇ ਅਸੀਂ ਗੁਰਤਾ ਗੱਦੀ ਦੇ ਉੱਤੇ ਬਾਬਾ ਪਾਰੋ ਜੁਲਕਾ ਜੀ ਨੂੰ ਸ਼ੁਭਾਏਮਾਨ ਕਰਨਾ, ਤੇ ਤੁਸੀਂ ਛੇਤੀ ਆ ਜਾਓ ਤੇ ਗੁਰਤਾ ਗੱਦੀ ਨੂੰ ਪ੍ਰਾਪਤ ਕਰਨਾ ਕਰੋ। ਇਹ ਸਤਿਗੁਰੂ ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸੁਨੇਹਾ ਭੇਜਣਾ ਕੀਤਾ ਤੇ ਉਸ ਵੇਲੇ ਗਲ ਵਿੱਚ ਪੱਲਾ ਪਾ ਕਰਕੇ ਬਾਬਾ ਪਾਰੋ ਜੁਲਕਾ ਜੀ ਨੇ ਵਚਨ ਕੀਤਾ, ਸਿੱਖ ਨੂੰ ਕਿਹਾ, ਸਿੱਖਾ ਜਾਓ ਜਾ ਕਰਕੇ ਮੇਰੇ ਵੱਲੋਂ ਮਹਾਰਾਜ ਜੀ ਨੂੰ ਬੇਨਤੀ ਕਰਨਾ ਕਰੋ ਕਿ ਮੋਕੋ ਤੋ ਗੁਰਸਿੱਖੀ ਹੀ ਭਾਵੈ, ਗੁਰ ਆਈ ਸਤਿਗੁਰੈ ਸੁਹਾਵੈ। ਗੁਰ ਆਈ ਮੈਨੂੰ ਭਾਈ ਜੇ ਦੇਣਾ ਤਾਂ ਸਿੱਖੀ ਦੀ ਦਾਤ ਦੇਣਾ ਕਰੋ, ਸਿੱਖੀ ਦੀ ਦਾਤ ਦੇਣਾ ਸਿਰੋ ਬਣਾ ਲਿਓ। ਇਹਨੇ ਵਿੱਚ ਮੈਂ ਸਿੱਖਾਂ ਨਾਲ ਰਾਜ ਦੇ ਵਿੱਚ ਮੈਂ ਗੁਰ ਆਈ ਜਿਹੜੀ ਹੈ ਹੋਏ ਬਹੁਤ ਵੱਡੇ ਮਹਾਂਪੁਰਖ ਦਾ ਇਤਿਹਾਸ ਹੈ। ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਮਹਾਰਾਜ ਜੀ ਦੇ ਮਹਾਰਾਜ ਜੀ ਰਹਿ ਹਲਕੇ ਵਿੱਚ ਬਹੁਤ ਜ਼ਿਆਦੀਆਂ ਨਾਮੀ ਸੇਵਾਵਾਂ ਕਰਨੀਆਂ ਕੀਤੀਆਂ ਸੇਵਾਵਾਂ। ਇਹੋ ਜਿਹੇ ਬਾਬਾ ਪਾਰੋ ਜੁਲਕਾ ਜੀ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ ਤੇ ਬੇਨਤੀ ਕਰਦੇ ਗਿਆ, ਸਤਿਗੁਰੂ ਮਹਾਰਾਜ ਹੰਸ ਦਾ ਨਾਮ ਤਾਂ ਸੁਣਿਆ ਹੈ, ਲੇਕਿਨ ਮਹਾਰਾਜ ਇਹ ਪਰਮ ਹੰਸ ਕੀ ਹੁੰਦੇ ਹਨ? ਇਹ ਵੀ ਵੇਖਿਆ ਕਈ ਲੋਕ ਆਪਣੇ ਨਾਮ ਦੇ ਨਾਲ ਕੋਈ ਫਲਾਨਾ ਢਿਮਕਾਨਾ, ਕੋਈ ਬ੍ਰਹਮ ਗਿਆਨੀ, ਕੋਈ ਫਲਾਨਾ ਕਰਕੇ, ਕੋਈ ਪਰਮਹੰਸ ਕਰਕੇ ਇਹ ਨਾਮ ਵਰਤਦੇ ਹਨ। ਅਸਲ ਦੇ ਵਿੱਚ ਮਹਾਰਾਜ ਇਹਨਾਂ ਦਾ ਗੁਣ ਕੀ ਹੁੰਦਾ ਉਹ ਆਪ ਜੀ ਉਚਾਰਨ ਕਰਨਾ ਕਰੋ। ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਪਿਆਰਿਓ ਹੰਸ ਦੇ ਗੁਣ ਜਿਹੜੇ ਹਨ ਉਹ ਦੱਸਣੇ ਕੀਤੇ। ਮਹਾਰਾਜ ਜੀ ਨੇ ਕਿਹਾ ਕਿ ਹੰਸ ਜਿਹੜਾ ਹੈ ਉਹ ਮਾਨ ਸਰੋਵਰ ਦੇ ਵਿੱਚ ਰਹਿੰਦਾ, ਮਾਨ ਸਰੋਵਰ ਦੇ ਵਿੱਚ ਰਹਿ ਕਰਕੇ ਉਹ ਮੋਤੀਆਂ ਨੂੰ ਚੁਗਦਾ ਹੈ, ਸਾਰ ਵਸਤੂ ਨੂੰ ਚੁਗਦਾ, ਤੇ ਨਾਲ ਹੰਸ ਦੀ ਉਡਾਰੀ ਬਹੁਤ ਲੰਬੀ ਹੁੰਦੀ ਹੈ। ਤੇ ਫਿਰ ਇਹਦਾ ਇਹ ਵੀ ਗੁਣ ਹੁੰਦਾ, ਜੇ ਹੰਸ ਦੇ ਅੱਗੇ ਦੁੱਧ ਵਿੱਚ ਮਿਲਿਆ ਹੋਇਆ ਪਾਣੀ ਜਿਹੜਾ ਤੁਸੀਂ ਰੱਖ ਦਿਓ, ਬੇਸ਼ੱਕ ਪਿਆਰਿਓ ਜਦੋਂ ਆਪਾਂ ਦੁੱਧ ਦੇ ਵਿੱਚ ਪਾਣੀ ਮਿਲਾ ਦਿੰਦੇ ਆ, ਪਾਣੀ ਵੱਖਰਾ ਹੁੰਦਾ, ਦੁੱਧ ਵੱਖਰਾ ਹੁੰਦਾ। ਇੱਕ ਵਾਰੀ ਦੁੱਧ ਦੇ ਵਿੱਚ ਪਾਣੀ ਪੈ ਜਾਵੇ, ਮਿਲ ਜਾਵੇ, ਫਿਰ ਪਿਆਰਿਓ ਉਹਨੂੰ ਵੱਖ ਕਰਨਾ ਬਹੁਤ ਜ਼ਿਆਦਾ ਕਠਿਨ ਹੁੰਦਾ ਹੈ। ਮਿਲਾ ਤਾਂ ਸਕਦੇ ਆ, ਲੇਕਿਨ
ਤੇ ਫਿਰ ਦੁੱਧ ਨੂੰ ਤੇ ਪਾਣੀ ਨੂੰ ਆਪਾਂ ਵੱਖ ਨਹੀਂ ਕਰ ਸਕਦੇ। ਲੇਕਿਨ ਹੰਸ ਦੇ ਅੰਦਰ ਇਹ ਬਿਰਤੀ ਹੁੰਦੀ ਹੈ, ਉਹ ਜਦੋਂ ਛਕਦਾ ਸਾਰ ਵਸਤੂ ਦਾ ਗ੍ਰਹਿਣ ਕਰਦਾ ਹੈ, ਉਹ ਦੁੱਧ ਨੂੰ ਛਕ ਲੈਂਦਾ ਤੇ ਫਿਰ ਜਿਹੜਾ ਉਹਦੇ ਵਿੱਚ ਪਾਣੀ ਹੈ ਉਹਨੂੰ ਉਹ ਉਸ ਤਰ੍ਹਾਂ ਹੀ ਸੁੱਟ ਦਿੰਦਾ। ਇਹ ਹੰਸ ਦੀ ਬਿਰਤੀ। ਹੁਣ ਇਹ ਹੰਸ ਦੀ ਬਿਰਤੀ ਲੈ ਕਰਕੇ ਪਰਮਹੰਸ ਦੀ ਜੋ ਅਵਸਥਾ ਹੈ, ਮਹਾਰਾਜ ਜੀ ਉਹ ਸਰਵਣ ਕਰਾਉਂਦੇ ਹਨ। ਮਹਾਰਾਜ ਜੀ ਨੇ ਕਿਹਾ ਕਿ ਪਰਮਹੰਸ ਦੀ ਬਿਰਤੀ ਜਿਹੜੀ ਹੈ ਹੰਸਾਂ ਦੀ ਬਿਰਤੀ ਨਾਲੋਂ ਇਹ ਔਰ ਜ਼ਿਆਦੀ ਪਰਮ ਹੈ, ਔਰ ਜ਼ਿਆਦੀ ਸ੍ਰੇਸ਼ਟ ਹੈ। ਜਿਸ ਤਰ੍ਹਾਂ ਕਿ ਹੰਸ ਜਿਹੜਾ ਹੈ ਮੋਤੀਆਂ ਨੂੰ ਚੁਗਦਾ, ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਪਰਮਹੰਸ ਹੁੰਦੇ ਹਨ ਉਹ ਮੁਕਤੀ ਰੂਪੀ ਮੋਤੀਆਂ ਦਾ ਉਹ ਗ੍ਰਹਿਣ ਕਰਦੇ ਹਨ। ਤੇ ਜਿਸ ਤਰ੍ਹਾਂ ਹੰਸ ਜਿਹੜਾ ਹੈ ਸਦਾ ਮਾਨ ਸਰੋਵਰ ਦੇ ਵਿੱਚ ਉਹਦਾ ਵਾਸਾ ਹੁੰਦਾ, ਇਸ ਤਰ੍ਹਾਂ ਹੀ ਜਿਹੜੇ ਪਰਮਹੰਸ ਗੁਰੂ ਕੇ ਪਿਆਰੇ, ਗੁਰੂ ਕੇ ਸੇਖਾ ਸਤ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਉਹ ਵਸਦੇ ਹਨ। ਤੇ ਲੇਤ ਆਹਾਰ ਅਪਾਰ ਰਹਾਹੀ, ਭਾਵ ਕੇ ਆਹਾਰ ਲੈ ਕਰਕੇ ਸਤ ਸੰਗਤ ਰੂਪੀ ਇਹਦੇ ਵਿੱਚੋਂ ਮਾਨ ਸਰੋਵਰ ਦੇ ਵਿੱਚੋਂ ਉਹ ਆਪਣਾ ਆਹਾਰ ਜਿਹੜਾ ਹੈ ਕਥਾ ਕੀਰਤਨ ਦਾ, ਨਾਮ ਬਾਣੀ ਦਾ ਆਹਾਰ ਜਿਹੜਾ ਹੈ ਉਹ ਲੈਂਦੇ ਹਨ, ਛਕਦੇ ਹਨ। ਇੱਥੋਂ ਤੱਕ ਆਪਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਮਹਾਰਾਜ ਜੀ ਨੇ ਦਿੱਤੀ ਹੋਈ ਸਿੱਖਿਆ ਨੂੰ ਸਰਵਣ ਕਰਨਾ ਕੀਤਾ ਸੀ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਥਾਏ ਸਾਖੀ, ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਬਾਬਾ ਪਾਰੋ ਜੁਲਕਾ ਜੀ ਦੇ ਪਰਥਾਏ ਜੋ ਸਾਖੀ ਉਚਾਰਨ ਕਰਦੇ ਹਨ, ਜੋ ਸਿੱਖਿਆ ਮਹਾਰਾਜ ਜੀ ਨੇ ਦੇਣੀ ਹੈ, ਸਾਡੇ ਸਾਰਿਆਂ ਦੇ ਵਾਸਤੇ ਪਿਆਰਿਓ ਉਹ ਸਾਂਝਾ ਉਪਦੇਸ਼, ਆਪਾਂ ਵੀ ਉਹ ਉਪਦੇਸ਼ ਨੂੰ ਸਰਵਣ ਕਰਨਾ ਕਰੀਏ। ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਕਥਾ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਸਰਬੱਤ ਦੇ ਭਲੇ ਦੇ ਲਈ ਤੇ ਦਾਸ ਨੂੰ ਅਸੀਸ ਵਜੋਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ। ਅੱਗੇ ਉਚਾਰਨ ਕਰਨਾ ਕੀਤਾ, ਬਾਬਾ ਪਾਰੋ ਜੁਲਕਾ ਜੀ ਨੂੰ ਉਪਦੇਸ਼ ਦਿੱਤਾ, ਕਿਹਾ ਕਿ ਜਿਹੜਾ ਹੰਸ ਜਿਹੜਾ ਹੁੰਦਾ ਨਾ, ਉਹਦੇ ਅੰਦਰ ਇੱਕ ਔਰ ਇੱਕ ਗੁਣ ਹੁੰਦਾ ਹੈ ਕਿ ਹੰਸ ਦੇ ਅੱਗੇ ਦੁੱਧ ਜਿਹੜਾ ਹੈ ਉਹਦੇ ਵਿੱਚ ਜਿੰਨਾ ਮਰਜੀ ਪਾਣੀ ਪਾ ਕਰਕੇ ਰੱਖ ਦਿਓ, ਹੰਸ ਜਿਹੜਾ ਪਾਣੀ ਨੂੰ ਗ੍ਰਹਿਣ ਨਹੀਂ ਕਰਦਾ, ਉਹ ਦੁੱਧ ਨੂੰ ਗ੍ਰਹਿਣ ਕਰਦਾ। ਇਹਦੇ ਬਾਬਤ ਵੀ ਦਾਸ ਨੇ ਕੱਲ ਦੇ ਦੀਵਾਨ ਦੇ ਵਿੱਚ ਬੇਨਤੀ ਕੀਤੀ ਸੀ। ਹੰਸ ਦੀ ਜੋ ਚੁੰਝ ਹੁੰਦੀ ਹੈ ਉਹਦੇ ਵਿੱਚ ਬਹੁਤ ਜ਼ਿਆਦੀ ਖਟਿਆਈ ਹੁੰਦੀ, ਤੇ ਜਦੋਂ ਹੰਸ ਜਿਹੜਾ ਹੈ ਦੁੱਧ ਦੇ ਵਿੱਚ ਆਪਣੀ ਚੁੰਝ ਮਾਰਦਾ, ਉਸੇ ਵੇਲੇ ਦੁੱਧ ਜਿਹੜਾ ਪਾਟ ਜਾਂਦਾ ਹੈ ਤੇ ਫਿਰ ਉਹਦੀਆਂ ਜੋ ਫੁੱਟੀਆਂ ਬਣ ਜਾਂਦੀਆਂ ਹਨ, ਜੋ ਸਾਰ ਰਹਿ ਜਾਂਦਾ, ਉਹ ਸਾਰ ਦਾ ਉਹ ਭਖਸ਼ਨ ਕਰ ਲੈਂਦਾ ਤੇ ਅਸਾਰ ਜਿਹੜਾ ਹੈ ਉਹ ਤਿਆਗ ਦਿੰਦਾ ਹੈ। ਇਸ ਤਰ੍ਹਾਂ ਹੀ ਜੋ ਪਰਮਹੰਸ ਮਹਾਂਪੁਰਖ ਹੁੰਦੇ ਹਨ, ਉਹ ਉਹਨਾਂ ਦੀ ਅਵਸਥਾ ਔਰ ਜ਼ਿਆਦੀ ਪਰਮ ਹੁੰਦੀ ਹੈ। ਮਹਾਰਾਜ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਦੁੱਧ ਦੇ ਵਿੱਚ ਪਾਣੀ ਮਿਲ ਗਿਆ ਤੇ ਵੱਖ ਨਹੀਂ ਹੋ ਸਕਦਾ, ਇਸ ਤਰ੍ਹਾਂ ਹੀ ਇੱਕ ਆਮ ਜੀਵ ਸਾਡੇ ਵਰਗੇ ਜੀਵ ਹਨ। ਬੇਸ਼ੱਕ ਪਿਆਰਿਓ ਆਪਾਂ 4 ਕਿਤਾਬਾਂ ਨੂੰ ਪੜ੍ਹ ਕਰਕੇ ਤਾਂ ਕਹਿ ਦਿੰਦੇ ਆ ਕਿ ਭਾਈ ਆਤਮਾ ਵੱਖਰੀ ਹੈ, ਸਰੀਰ ਵੱਖਰਾ ਹੈ, ਲੇਕਿਨ ਪਿਆਰਿਓ ਕਹਿਣ ਮਾਤਰ ਹੀ ਇਹ ਹੁੰਦਾ, ਅਸੀਂ ਇਹਨੂੰ ਵੱਖ ਨਹੀਂ ਕਰ ਸਕਦੇ। ਬਿਨ ਵਿਚਾਰ ਕਿਨ ਨਹਿ ਲਖ ਲਏ, ਵਿਚਾਰ ਤੋਂ ਬਗੈਰ ਪਿਆਰਿਓ ਇਹਦਾ ਪਤਾ ਹੀ ਨਹੀਂ ਲੱਗਦਾ। ਜਦੋਂ ਤੱਕ ਆਪਾਂ ਕਮਾਈ ਨਹੀਂ ਕਰਾਂਗੇ, ਇਹਦਾ ਪਤਾ ਹੀ ਨਹੀਂ ਲੱਗਦਾ ਕਿ ਭਾਈ ਸਰੀਰ ਵੱਖਰਾ ਹੈ ਤੇ ਆਤਮਾ ਵੱਖਰੀ ਹੈ। ਤੇ ਬੇਸ਼ੱਕ ਆਪਾਂ ਕਹਿ ਤਾਂ ਸਕਦੇ ਹਾਂ, ਕਹਿਣ ਨੂੰ ਤਾਂ ਕੀ ਪਿਆਰਿਓ ਜੋ ਮਰਜ਼ੀ ਕਹਿ ਦਿਓ, ਲੇਕਿਨ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਆਪਾਂ ਤਾਂ ਕਥਨੀ ਕਰ ਸਕਦੇ ਹਾਂ, ਕਹਿ ਸਕਦੇ ਹਾਂ, ਲੇਕਿਨ ਆਤਮਾ ਨੂੰ ਤੇ ਸਰੀਰ ਨੂੰ ਜੁਦਾ ਕਰਕੇ ਵੇਖਣਾ, ਵੱਖ-ਵੱਖ ਕਰਕੇ ਵੇਖਣਾ,
ਇਹ ਬਹੁਤ ਜ਼ਿਆਦਾ ਕਠਿਨ ਹੁੰਦਾ ਹੈ। ਤਿਨ ਕੋ ਪ੍ਰਿਥਮੈ ਹੋਤ ਵਿਚਾਰ, ਸਭ ਤੋਂ ਪਹਿਲੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਹਨ, ਪਰਮਹੰਸ ਹੁੰਦੇ ਹਨ, ਉਹ ਇਹ ਵਿਚਾਰ ਕਰਦੇ ਕਿ ਭਾਈ ਮੇਰਾ ਸਰੀਰ ਵੱਖਰਾ ਹੈ ਤੇ ਮੇਰੀ ਆਤਮਾ ਵੱਖਰੀ ਹੈ। ਦਿਨ ਪ੍ਰਤ ਦੇਹ ਨ ਰਹੇ ਇਕ ਸਾਰ, ਉਹ ਮਨ ਵਿੱਚ ਸੋਚਦੇ ਹਨ ਕਿ ਦਿਨ ਪ੍ਰਤੀ ਦਿਨ ਦੇਹੀ ਜਿਹੜੀ ਹੈ ਇਹ ਮੇਰੀ ਬਦਲ ਜਾਂਦੀ ਹੈ, ਲੇਕਿਨ ਆਤਮਾ ਜਿਹੜੀ ਹੈ ਪਿਆਰਿਓ, ਆਤਮਾ ਦਾ ਕਦੇ ਵਿਕਾਸ ਨਹੀਂ ਹੁੰਦਾ, ਉਹ ਕਦੇ ਬਦਲਿਆ ਨਹੀਂ ਕਰਦੀ ਹੈ। ਆਤਮਾ ਤਾਂ ਜਿਸ ਤਰ੍ਹਾਂ ਆਉਂਦੀ ਹੈ ਨਾ, ਉਸ ਤਰ੍ਹਾਂ ਹੀ ਉਹੀ ਅਵਸਥਾ ਦੇ ਵਿੱਚ ਉਹ ਰਹਿੰਦੀ ਹੈ। ਜਿਸ ਤਰ੍ਹਾਂ ਆਪਾਂ ਵੇਖਿਓ ਸਰੀਰ ਜਿਹੜਾ ਦਿਨ ਪ੍ਰਤੀ ਦਿਨ ਵੱਧਦਾ ਰਹਿੰਦਾ। ਕਈ ਵਾਰੀ ਸਾਨੂੰ ਇਹ ਭੁਲੇਖਾ ਲੱਗ ਜਾਂਦਾ ਕਿ ਜਦੋਂ ਬੱਚੇ ਦਾ ਜਨਮ ਹੁੰਦਾ, ਬੱਚਾ ਤਾਂ ਕਿੰਨਾ ਛੋਟਾ ਹੁੰਦਾ, ਵੱਧ ਤੋਂ ਵੱਧ 3-3.5 ਕਿਲੋ ਦਾ ਬੱਚਾ ਹੁੰਦਾ, ਤੇ ਸਾਨੂੰ ਇਹ ਭਾਸਦਾ ਕਿ ਭਾਈ ਛੋਟਾ ਬੱਚਾ ਤੇ ਇਹਦੇ ਵਿੱਚ ਆਤਮਾ ਵੀ ਜਿਹੜੀ ਹੈ ਛੋਟੀ ਹੋਵੇਗੀ। ਜਦੋਂ ਸਰੀਰ ਵੱਧਦਾ ਜਾਵੇਗਾ, ਜਦੋਂ ਉਹੀ ਬੱਚਾ ਜਿਹੜਾ ਤਗੜਾ ਹੋ ਜਾਂਦਾ, ਨੌਜਵਾਨ ਹੋ ਜਾਂਦਾ, ਤੇ ਉਹਦੇ ਸਰੀਰ ਦੇ ਨਾਲ ਆਤਮਾ ਜਿਹੜੀ ਹੈ ਵੱਧ ਜਾਵੇਗੀ। ਤੇ ਜਦੋਂ ਬੰਦਾ ਬਜ਼ੁਰਗ ਅਵਸਥਾ ਦੇ ਵਿੱਚ ਚੱਲ ਜਾਂਦਾ ਤੇ ਆਤਮਾ ਜਿਹੜੀ ਹੈ ਉਹਦੀ ਸੰਕੁਚਿਤ ਹੋ ਜਾਵੇਗੀ, ਫਿਰ ਛੋਟੀ ਹੋ ਜਾਵੇਗੀ। ਇਹ ਪਿਆਰਿਓ ਸਾਨੂੰ ਲੱਗਦਾ ਹੈ, ਲੇਕਿਨ ਆਤਮਾ ਨਾ ਘਟਦੀ ਹੈ ਨਾ ਉਹ ਆਤਮਾ ਵੱਧਦੀ ਹੈ। ਲੇਕਿਨ ਸਰੀਰ ਜਿਹੜਾ ਪਿਆਰਿਓ ਦਿਨ ਪ੍ਰਤੀ ਦਿਨ ਇਹ ਵੱਧਦਾ ਜਾਂਦਾ, ਬਦਲਦਾ ਜਾਂਦਾ। ਆ ਸਰੀਰ ਜਿਹੜਾ ਹੁਣ ਆਪਣਾ ਇਹ ਸਰੀਰ ਹੁਣ ਚੱਲ ਰਿਹਾ ਮੌਜੂਦ ਆ, ਤੇ ਕਦੇ ਪਿੱਛੇ ਆਪਾਂ ਝਾਤ ਮਾਰਨਾ ਕਰੀਏ, ਜਦੋਂ ਸਾਡਾ ਜਨਮ ਹੋਇਆ ਉਸ ਵੇਲੇ ਤਾਂ ਇਹ ਸਰੀਰ ਨਹੀਂ ਸੀ। ਉਸ ਵੇਲੇ ਤਾਂ ਬੇਸ਼ੱਕ ਅੱਜ 80-90 ਕਿਲੋ ਦਾ ਸਾਡਾ ਸਰੀਰ ਬਣ ਗਿਆ, ਲੇਕਿਨ ਜਦੋਂ ਮਾਤਾ ਦੇ ਗਰਭ ਦੇ ਵਿੱਚੋਂ ਜਦੋਂ ਆਪਾਂ ਬਾਹਰ ਆਏ, ਉਸ ਵੇਲੇ ਤਾਂ ਸਰੀਰ ਬੜਾ ਛੋਟਾ ਹੋਵੇਗਾ, 2-3 ਕਿਲੋ ਦਾ ਹੀ ਸਰੀਰ ਹੋਵੇਗਾ। ਅੱਗੇ ਜਦੋਂ ਬਜ਼ੁਰਗ ਹੋ ਜਾਵਾਂਗੇ ਤੇ ਫਿਰ ਸਰੀਰ ਨੇ ਜਿਹੜਾ ਬਦਲ ਜਾਣਾ ਹੈ। ਪ੍ਰਥਮ ਨਾ ਹੁਤੀ ਭਵਿੱਖ ਨਾ ਰਹਿ, ਪਹਿਲੇ ਇਹ ਦੇਹੀ ਜਿਹੜੀ ਹੈ ਨਹੀਂ ਮਰ ਜਾਣਾ, 5 ਭੂਤਾਂ ਦੇ ਵਿੱਚ ਸਮਾ ਜਾਣਾ, ਉਸ ਵੇਲੇ ਦੇਹੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਵੇਗਾ। ਮਧ ਕੁਤੋ ਸਾਚੀ ਤਿਸ ਕਹਿ, ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਪਾਰੋ ਜੀ, ਜਿਹੜਾ ਸਰੀਰ ਆਦ ਵਿੱਚ ਨਹੀਂ ਹੈ ਤੇ ਅੰਤ ਵਿੱਚ ਨਹੀਂ ਹੈ, ਜਿਹੜਾ ਸਿਰਫ ਵਿਚਕਾਰ ਜਿਹੜਾ ਹੈ ਹੁਣ ਜੋ ਸਾਨੂੰ ਭਾਸ ਰਿਹਾ ਹੈ, ਇਹਨੂੰ ਤੁਸੀਂ ਮਿਥਿਆ ਜਾਣਨਾ ਕਰੋ। ਭਾਵ ਕਿ ਜੋ ਆਦ ਵਿੱਚ ਨਹੀਂ ਸੀ, ਅੰਤ ਵਿੱਚ ਨਹੀਂ ਹੈ, ਉਹਦੀ ਹੋਂਦ ਦੀ ਆਪਾਂ ਕੋਈ ਗਾਰੰਟੀ ਨਹੀਂ ਦੇ ਸਕਦੇ ਹਾਂ। ਪੁਨ ਜੜ ਹੈ ਕੁਛ ਨਾ ਹੈ ਨਿਸ਼ਾਨੀ, ਤੇ ਨਾਲ ਇਹ ਸਰੀਰ ਜਿਹੜਾ ਹੈ ਜੜ ਹੈ। ਇਹ ਗੱਲ ਕੋਈ ਲੁਕੀ ਛੁਪੀ ਗੱਲ ਨਹੀਂ ਹੈ, ਕਿਉਂਕਿ ਇਹ ਸਰੀਰ ਪਿਆਰਿਓ ਇਹ ਜੜ ਹੈ। ਇਹ ਉਦੋਂ ਤੱਕ ਚੈਤਨਯ ਹੈ ਜਦੋਂ ਤੱਕ ਤੇ ਆਤਮਾ ਦੀ ਸੱਤਾ ਜੋ ਹੈ, ਚੈਤਨਯ ਆਤਮਾ ਇਹਦੇ ਅੰਦਰ ਵਿਰਾਜਮਾਨ ਹੈ, ਉਹਦੀ ਸੱਤਾ ਦੇ ਨਾਲ ਇਹ ਸਰੀਰ ਜਿਹੜਾ ਚਿਤਨ ਹੁੰਦਾ। ਇੱਕ ਵਾਰੀ ਪ੍ਰਾਣ ਪੰਖੇਰੂ ਉੱਡ ਜਾਣ, ਆਤਮਾ ਨਿਕਲ ਜਾਵੇ ਤੇ ਸਰੀਰ ਜਿਹੜੀ ਹੈ ਮਿੱਟੀ ਦੀ ਢੇਰੀ ਰਹਿ ਜਾਂਦੀ ਹੈ, ਸਰੀਰ ਜਿਹੜਾ ਫਿਰ ਜੜ ਰਹਿ ਜਾਂਦਾ। ਨਿਤ ਦੁਖ ਰੂਪ ਲੇਹ ਮਨ ਜਾਨੀ, ਉਹ ਮਹਾਂਪੁਰਖ ਜਿਹੜੇ ਹਨ, ਬ੍ਰਹਮ ਗਿਆਨੀ ਮਹਾਂਪੁਰਖ, ਉਹ ਜਾਣ ਲੈਂਦੇ ਕਿ ਸਰੀਰ ਭਾਈ ਇਹ ਤਾਂ ਦੁੱਖਾਂ ਦੀ ਖਾਨ ਹੈ। ਸਰੀਰ ਕਰਕੇ ਬਹੁਤ ਜ਼ਿਆਦਾ ਦੁੱਖ ਲੱਗਦੇ ਹਨ। ਜਿੰਨੇ ਵੀ ਮਨੋ ਰੋਗ ਹਨ ਜਾਂ ਜਿੰਨੇ ਵੀ ਤਨ ਦੇ ਰੋਗ ਹਨ, ਆਦੀ ਹੋ ਗਿਆ, ਵਿਆਧੀ ਹੋ ਗਿਆ, ਉਪਾਦੀ ਹੋ ਗਿਆ, ਇਹ ਸਾਰੇ ਰੋਗ ਸਰੀਰ ਕਰਕੇ ਜੀਵ ਨੂੰ ਲੱਗਦੇ ਹਨ, ਚਿੰਮੜਦੇ ਹਨ। ਸਤ ਆਤਮਾ ਨਿਰਣੈ ਕਰਹਿ, ਫਿਰ ਉਹ ਪਰਮਹੰਸ ਕੀ ਕਰਦੇ, ਉਹ ਸਰੀਰ ਤੋਂ ਆਪਣੀ ਆਸਕਤੀ ਹਟਾ ਕਰਕੇ ਉਹ ਪਰਮ ਸਤ ਜਿਹੜਾ ਹੈ, ਜੋ ਆਤਮਾ ਹੈ, ਉਹਦੀ ਉਹ ਨਿਰਣਾ ਕਰਦੇ ਹਨ। ਵੇਖਦੇ ਹਨ ਕਿ ਭਾਈ ਸਰੀਰ ਤਾਂ ਝੂਠਾ ਹੈ, ਸਰੀਰ ਤਾਂ ਮਰਨ ਧਰਮ ਹੈ, ਤੇ ਆਤਮਾ ਜਿਹੜੀ ਹੈ ਇਹ ਸੱਚੀ ਹੈ। ਪੂਰਬ ਹੁਤੋ ਦੇਹ ਬਹੁ ਧਰ ਹੈ, ਤੇ ਪਹਿਲੇ ਵੀ ਇਹ ਆਤਮਾ ਸੀ। ਇਸ ਤੋਂ ਪਹਿਲੇ ਵੀ ਜਿਹੜੇ ਹਨ, ਅਸਾਂ ਨੇ ਜਦੋਂ ਦੇਹੀ ਨੂੰ ਧਾਰਨ ਕਰਨਾ ਕੀਤਾ, ਮਹਾਰਾਜ ਜੀ ਨੇ ਕਿਹਾ ਨਾ, ਕਈ ਜਨਮ ਪਾਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਬਿਰਖ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਲੰਕਾਰ ਇਹ ਦੇਹ ਸੰਜਰੀਆ। ਭਾਵ ਕਿ ਇਹ ਦੇਹੀ ਜਿਹੜੀ ਹੈ
ਸਤਿਗੁਰੂ ਮਹਾਰਾਜ ਜੀ ਨੇ ਕਿਹਾ ਬੇਸ਼ੱਕ ਆਪਾਂ ਸਰੀਰ ਤਾਂ ਬਦਲ ਦਿੰਦੇ ਆ, ਲੇਕਿਨ ਆਤਮਾ ਤਾਂ ਅਨਾਦੀ ਹੈ, ਪਹਿਲੇ ਵੀ ਸੀ ਤੇ ਅੱਗੇ ਵੀ ਰਵੇਗੀ। ਦੇਹੀ ਆਪਾਂ ਨੇ ਬਦਲਣਾ ਕੀਤਾ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਇਹ ਘਰ ਜਿਹੜਾ ਨਾ ਸਰੀਰ ਰੂਪੀ, ਇਹ ਨਾ ਸਮਝਣਾ ਕਰੀਏ ਕਿ ਭਾਈ ਸਾਨੂੰ ਇੱਕੋ ਹੀ ਆ ਘਰ ਮਿਲਿਆ ਸਰੀਰ ਰੂਪੀ। ਇਹੋ ਜਿਹੇ ਕਈ ਘਰ ਜਿਹੜੇ ਸਰੀਰ ਰੂਪੀ ਘਰਾਂ ਨੂੰ ਆਪਾਂ ਨੇ ਵਸਾਉਣਾ ਕੀਤਾ, ਉਜਾੜਨਾ ਕੀਤਾ। ਅਬ ਪ੍ਰਤੱਖ ਅਰ ਰਹਿ ਭਵਿਖ, ਨਾਲ ਹੁਣ ਵੀ ਪਹਿਲੇ ਵੀ ਆਤਮਾ ਸੀ ਤੇ ਹੁਣ ਵੀ ਆਤਮਾ ਜਿਹੜੀ ਹੈ ਤੇ ਅੱਗੇ ਵਾਸਤੇ ਵੀ ਆਤਮਾ ਨੇ ਭਵਿਸ਼ ਦੇ ਵਿੱਚ ਵੀ ਰਹਿਣਾ ਹੈ। ਜਾਂ ਤੇ ਸਤ ਲਖ ਹੈ ਗੁਰ ਸਿੱਖ, ਇਸ ਕਰਕੇ ਜਿਹੜੇ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ ਹੁੰਦੇ ਹਨ, ਉਹ ਸਰੀਰ ਨੂੰ ਅਸਤ ਕਰਕੇ ਜਾਣਦੇ ਤੇ ਸਰੀਰ ਦੀ ਅੰਦਰ ਜੋ ਸੱਤਾ ਕਾਇਮ ਹੈ, ਆਤਮਾ ਜੋ ਹੈ, ਉਹਨੂੰ ਉਹ ਸਤ ਕਰਕੇ ਭਾਸਦੇ ਹਨ, ਜਾਣਦੇ ਹਨ। ਬਹੁਰ ਆਤਮਾ ਚੇਤਨ ਜਾਣੈ ਹੈ, ਨਾਲ ਪਿਆਰਿਓ ਸਰੀਰ ਤਾਂ ਜੜ ਹੈ, ਲੇਕਿਨ ਸਰੀਰ ਸਾਨੂੰ ਚੇਤਨ ਇਸ ਕਰਕੇ ਲੱਗਦਾ ਕਿਉਂਕਿ ਇਹਦੇ ਅੰਦਰ ਆਤਮਾ ਹੈ। ਇੱਕ ਵਾਰੀ ਆਤਮਾ ਨਿਕਲ ਜਾਵੇ ਤਾਂ ਪਿਆਰਿਓ ਸਰੀਰ ਤਾਂ ਜੜ ਰਹਿ ਜਾਂਦਾ, ਫਿਰ ਸਰੀਰ ਦੇ ਅੰਦਰ ਥੋੜੀ ਹਰਕਤ ਹੁੰਦੀ ਹੈ। ਭਾਵ ਕਿ ਸਰੀਰ ਚੇਤਨ ਉਦੋਂ ਤੱਕ ਹੈ ਜਦੋਂ ਆਤਮਾ ਦਾ ਇਹਦੇ ਅੰਦਰ ਵਾਸਾ। ਨਾਲ ਇਹ ਜੋ ਆਤਮਾ ਹੈ ਉਹ ਸਤ ਹੈ ਤੇ ਚਿੱਤ, ਚਿੱਤ ਦਾ ਮਤਲਬ ਕਿ ਉਹ ਚੈਤਨਯ ਹੈ, ਤ੍ਰਈ ਕਾਲ ਆਬਾਦ ਹੈ। ਜਿਹ ਸੰਬੰਧ ਤਨ ਚੇਤਨ ਠਾਨੈ, ਜਿਹਦਾ ਸੰਬੰਧ ਆਤਮਾ ਦਾ ਸੰਬੰਧ ਜਦੋਂ ਸਰੀਰ ਦੇ ਨਾਲ ਜਦੋਂ ਜੁੜਦਾ ਤੇ ਇਹ ਚੇਤਨਤਾਈ ਦੇ ਨਾਲ ਸਰੀਰ ਵੀ ਜਿਹੜਾ ਹੈ ਉਹ ਵੀ ਫਿਰ ਚੇਤਨ ਕਰਕੇ ਭਾਸਦਾ। ਇਹਨੂੰ ਸਮਝਣ ਦੇ ਵਾਸਤੇ ਪਿਆਰਿਓ ਆਪਾਂ ਪ੍ਰਵਾਹਮਾਨ ਹੁੰਦੀ ਹੈ ਤੇ ਆਪਾਂ ਪੱਖਾ ਲਾਇਆ ਜਾਂ ਕਈ ਔਰ ਜੋ ਆਪਾਂ ਯੰਤਰ ਲਾਉਂਦੇ ਹਨ ਤੇ ਬਿਜਲੀ ਦੀ ਤਾਰ ਉਹਦੇ ਵਿੱਚੋਂ ਕੱਢ ਦਿਓ ਤੇ ਉਹ ਜੜ ਹੋ ਜਾਂਦਾ, ਕਿਉਂਕਿ ਉਹਦੀ ਆਪਣੀ ਕੋਈ ਸੱਤਾ ਨਹੀਂ ਹੈ, ਪੱਖਾ ਜਿਹੜਾ ਜੜ ਹੈ। ਲੇਕਿਨ ਉਹੀ ਪੱਖੇ ਦੇ ਵਿੱਚ ਬਿਜਲੀ ਦੀਆਂ ਤਾਰਾਂ ਜੋੜ ਦਿਓ ਤੇ ਬਿਜਲੀ ਚੇਤਨ ਹੁੰਦੀ ਹੈ ਤੇ ਇਹ ਚੇਤਨ ਇਹਦੇ ਅੰਦਰ ਜਦੋਂ ਪ੍ਰਵੇਸ਼ ਕਰ ਜਾਂਦੀ ਤੇ ਪੱਖਾ ਵੀ ਜਿਹੜਾ ਚੇਤਨ ਹੋ ਕਰਕੇ ਆਉਂਦਾ ਹੈ, ਉਹ ਵੀ ਚੇਤਨ ਅਵਸਥਾ ਦੇ ਵਿੱਚ ਆ ਜਾਂਦਾ। ਲੇਕਿਨ ਪੱਖੇ ਦੇ ਅੰਦਰ ਕੋਈ ਚੈਤन्य ਅਵਸਥਾ ਨਹੀਂ ਹੈ, ਚੈਤन्य ਅਵਸਥਾ ਤਾਂ ਬਿਜਲੀ ਦੇ ਵਿੱਚ ਹੈ। ਇਸ ਤਰ੍ਹਾਂ ਹੀ ਸਰੀਰ ਜਿਹੜਾ ਹੈ ਇਹ ਤਾਂ ਜੜ ਹੈ, ਇਹਦੇ ਅੰਦਰ ਜੋ ਚੇਤਨ ਅਵਸਥਾ ਉਹ ਤਾਂ ਆਤਮਾ ਦੀ ਹੈ, ਉਹ ਤਾਂ ਪਰਮਾਤਮਾ ਦੀ ਹੈ। ਫਰਕਾਵਨ ਚਖ ਆਦ ਰਖੀ ਕੇ, ਜੋ ਆਪਣਾ ਸਰੀਰ ਜਿਹੜਾ ਹੈ ਇੱਥੇ ਸਤਿਗੁਰੂ ਜੀ ਦੱਸਦੇ ਹਨ, ਜਿਹੜਾ ਸਰੀਰ ਫੜਫੜਾਉਂਦਾ, ਅੱਖਾਂ ਜਿਹੜੀਆਂ ਹਨ ਆਪਾਂ ਪਲਕ ਝਪਕਦੇ ਹਾਂ ਇਤਿਆਦਿਕ, ਜਿਸ ਬਿਨ ਹੋਤ ਨਹੀਂ ਲਖ ਨੀਕੇ, ਜੇ ਤੋਂ ਬਗੈਰ ਇਹ ਆਪਾਂ ਕੋਈ ਕਰਮ ਨਹੀਂ ਕਰ ਸਕਦੇ ਆ। ਕਦੇ ਵੇਖਿਆ ਭਾਈ ਮੁਰਦਾ ਜਿਹੜਾ ਹੈ ਉਹ ਆਪਣੇ ਹੱਥਾਂ ਨੂੰ ਹਿਲਾ ਰਿਹਾ ਜਾਂ ਉਹ ਅੱਖਾਂ ਨੂੰ ਬੰਦ ਚਾਲੂ ਕਰ ਰਿਹਾ? ਜੇ ਇਸ ਤਰ੍ਹਾਂ ਮੁਰਦੇ ਦੇ ਵਿੱਚ ਹਰਕਤ ਹੋਵੇ ਤੇ ਫਿਰ ਸਿਆਣੇ ਕਹਿੰਦੇ ਕਿ ਬੰਦਾ ਹਾਲੇ ਮਰਿਆ ਨਹੀਂ, ਇਹਦੇ ਅੰਦਰ ਜੀਵਨ ਜਿਹੜਾ ਬਾਕੀ ਹੈ। ਜਿਹੜਾ ਮਰ ਜਾਂਦਾ ਪਿਆਰਿਓ ਉਹਦੀ ਹਰਕਤ, ਉਹਦੀ ਚੇਤਨਤਾ ਬਿਲਕੁਲ ਖਤਮ ਹੋ ਜਾਂਦੀ। ਉਨ ਆਤਮ ਕੋ ਰੂਪ ਆਨੰਦ, ਸਤਿਗੁਰੂ ਜੀ ਕਹਿਣ ਲੱਗੇ ਇਸ ਤਰ੍ਹਾਂ ਆਤਮਾ ਜੋ ਹੈ, ਆਤਮਾ ਸਤ ਹੈ। ਸਤ ਦਾ ਮਤਲਬ ਤ੍ਰਈ ਕਾਲ ਆਬਾਦ ਹੈ, ਨਾਲ ਉਹ ਚੈਤਨਯ ਹੈ। ਤੇ ਹੁਣ ਸਤਿਗੁਰੂ ਜੀ ਨੇ ਕਿਹਾ ਕਿ ਨਾਲ ਉਹ ਆਨੰਦ ਸਰੂਪ ਹੈ। ਪਰਖਤ ਭਲੇ ਸਦਾ ਬਿਨ ਦੁੰਦ, ਸਦਾ ਪਿਆਰਿਓ ਬਗੈਰ ਕਿਸੇ ਦਵੈਤ ਦੇ ਵਿੱਚ ਫਸਿਆ ਹੋਇਆ ਉਹਦੀ ਤੁਸੀਂ ਪਰਖ ਨਾ ਕਰੋ। ਮਹਾਰਾਜ ਜੀ ਨੇ ਕਿਹਾ ਜਦੋਂ ਵੀ ਪਰਖ ਕਰੋਗੇ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਸਦਾ ਸੱਚ ਦਾ ਆਨੰਦ, ਸਤਰੰਗ ਪ੍ਰਣਾਸੀ ਕਰੀ ਮੁਲ ਕੁਨਿੰਦਾ ਸਮਸਤੁਲ ਨਿਵਾਸੀ। ਜਿਹਨੂੰ ਸੰਸਕ੍ਰਿਤ ਦੇ ਵਿੱਚ ਸਤ ਚਿੱਤ ਆਨੰਦ ਕਿਹਾ ਜਾਂਦਾ, ਸਤਿਗੁਰੂ ਮਹਾਰਾਜ ਜੀ ਨੇ ਸਦਾ ਸੱਚ ਦਾ ਆਨੰਦ ਉਹਨੂੰ ਕਿਹਾ ਕਿ ਉਹ ਜੋ ਪ੍ਰਮਾਤਮਾ ਹੈ ਸਦਾ ਸਤ ਚਿੱਤ ਤੇ ਆਨੰਦ ਸਰੂਪ ਹੈ, ਇਹਦੀ ਤੁਸੀਂ ਪਰਖ ਨਾ ਕਰੋ। ਵਿਸ਼ਯਨ ਵਿਖੇ ਆਨੰਦ ਕਲਪੰਤਾ, ਕਿਉਂਕਿ ਇਹ ਆਨੰਦ ਜਿਹੜਾ ਆਪਾਂ ਵਿਸ਼ੇ ਵਿਕਾਰਾਂ ਦੇ ਵਿੱਚ ਇੱਕ ਕਲਪਿਤ ਕਰਨਾ ਕੀਤਾ, ਅਸਲ ਦੇ ਵਿੱਚ ਹੈ ਨਹੀਂ, ਲੇਕਿਨ ਆਪਾਂ ਨੇ ਉਹਦੇ ਉੱਤੇ ਆਰੋਪਣ ਕਰਨਾ ਕੀਤਾ ਹੈ। ਜਿਸ ਤਰ੍ਹਾਂ ਕਿ ਪਿਆਰਿਓ ਕੋਈ ਚਿੱਟੀ ਵਸਤੂ ਜਿਹੜੀ ਹੈ, ਤੁਸੀਂ ਇੱਕਦਮ ਦੁੱਧ ਵਰਗੀ ਕੋਈ ਚਿੱਟੀ ਹੈ, ਕੋਈ ਪੱਥਰ ਜਿਹੜਾ ਚਿੱਟਾ ਪੱਥਰ,
ਅਸਲ ਦੇ ਵਿੱਚ ਹੈ ਤਾਂ ਉਹ ਚਿੱਟਾ, ਲੇਕਿਨ ਤੁਸੀਂ ਕੀ ਕਰ ਲਿਓ, ਆਪਣੇ ਅੱਖਾਂ ਦੇ ਉੱਤੇ ਹਰਾ ਚਸ਼ਮਾ ਲਾ ਲਿਓ। ਹਰਾ ਚਸ਼ਮਾ ਲਾ ਲਿਆ ਤੇ ਫਿਰ ਤੁਹਾਨੂੰ ਉਹ ਚਿੱਟਾ ਪੱਥਰ ਚਿੱਟਾ ਕਰਕੇ ਨਹੀਂ ਨਜ਼ਰ ਆਵੇਗਾ, ਉਹ ਤਾਂ ਤੁਹਾਨੂੰ ਹਰਾ ਕਰਕੇ ਭਾਸੇਗਾ। ਉਹ ਚਸ਼ਮਾ ਲਾ ਕਰਕੇ ਵੇਖੋ ਤੇ ਤੁਹਾਨੂੰ ਲੱਗੇਗਾ ਕਿ ਹੈ ਭਾਈ ਪਹਿਲੇ ਤਾਂ ਚਿੱਟਾ ਨਜ਼ਰ ਆਉਂਦਾ ਸੀ ਪੱਥਰ, ਲੇਕਿਨ ਇਹ ਪੱਥਰ ਨੇ ਰੰਗ ਬਦਲ ਦਿੱਤਾ, ਪੱਥਰ ਜਿਹੜਾ ਹਰਾ ਭਰਾ ਹੋ ਗਿਆ। ਨਹੀਂ ਪਿਆਰਿਓ, ਅਸਲ ਦੇ ਵਿੱਚ ਆ ਆਰੋਪਨ ਤੁਸਾਂ ਨੇ ਕਰਨਾ ਕੀਤਾ, ਤੁਹਾਨੂੰ ਪਾਸਿਆ ਚਸ਼ਮੇ ਕਰਕੇ, ਲੇਕਿਨ ਚਸ਼ਮੇ ਨੂੰ ਲਾ ਦਿਓ, ਉਹ ਪੱਥਰ ਜਿਹੜਾ ਤੁਹਾਨੂੰ ਚਿੱਟਾ ਹੀ ਨਜ਼ਰ ਆਵੇਗਾ। ਇਸ ਤਰ੍ਹਾਂ ਹੀ ਵਿਸ਼ਿਆਂ ਦੇ ਵਿੱਚ ਸਤਿਗੁਰੂ ਜੀ ਕਹਿਣ ਲੱਗੇ ਕੋਈ ਆਨੰਦ ਨਹੀਂ ਹੈ, ਸਿਰਫ ਆਪਾਂ ਨੇ ਇਹਦੀ ਕਲਪਨਾ ਕਰਨੀ ਕੀਤੀ ਹੈ, ਉਹਦੇ ਉੱਤੇ ਸਾਨੂੰ ਭਾਸਦੇ ਹਨ ਕਿ ਵਿਸ਼ੇ ਦੇ ਵਿੱਚ ਆਨੰਦ ਹਨ ਕਰਕੇ। ਇਹੋ ਮਮ ਰੂਪ ਨਾ ਆਗੇ ਲਖੰਤਾ, ਇਹੋ ਮਮ ਰੂਪ ਨਾ ਆਗੇ ਲਖੰਤਾ। ਇਹੋ ਮਮ ਰੂਪ ਨਾ, ਕਿ ਭਾਈ ਇਹ ਤਾਂ ਮੇਰਾ ਰੂਪ ਨਹੀਂ ਹੈ। ਤੇ ਇੱਥੇ ਪਿਆਰਿਓ ਆ ਜਿਹੜਾ ਨੰਨਾ ਆਇਆ ਨਾ, ਨੰਨਾ ਅੱਖਰ, ਇਹ ਦੇਹਲੀ ਦੀਪਕ ਦੇ ਤੌਰ ਤੇ ਇਹਦਾ ਆਪਾਂ ਨੇ ਅਰਥ ਕਰਨਾ। ਜੇ ਪਿਆਰਿਓ ਇੱਕ ਪਾਸੇ ਲਾ ਕਰਕੇ ਇਹਦਾ ਜੇ ਆਪਾਂ ਅਰਥ ਕਰਾਂਗੇ ਤੇ ਇੱਕ ਪਾਸੇ ਦਾ ਤਾਂ ਅਰਥ ਹੋ ਜਾਵੇਗਾ ਕਿ ਇਹ ਮਮ ਰੂਪ ਨਾ, ਭਾਵ ਕਿ ਭਾਈ ਇਹ ਮੇਰਾ ਰੂਪ ਨਹੀਂ ਹੈ, ਇਹ ਤਾਂ ਗੱਲ ਠੀਕ ਹੋ ਗਈ। ਆਗਿਆ ਲਖੰਤਾ, ਲੇਕਿਨ ਕਿ ਅਗਿਆਨੀ ਲੋਕਾਂ ਨੇ ਇਹਨੂੰ ਨਹੀਂ ਜਾਣਿਆ। ਫਿਰ ਨੰਨਾ ਜਿਹੜਾ ਪਿਆਰਿਓ ਉਹ ਸਾਨੂੰ ਫਿਰ ਦੂਜੇ ਪਾਸੇ ਵੀ ਲਾ ਕਰਕੇ ਅਰਥ ਕਰਨਾ ਪਵੇਗਾ। ਦੇਹਲੀ ਦੀਪਕ ਆ ਜਿਹੜਾ ਸ਼ਬਦ ਹੈ ਨਾ, ਇਹ ਸ਼ਬਦ ਦਾ ਵੀ ਈਜਾਦ ਪਿਆਰਿਓ ਪਹਿਲੇ ਪੁਰਾਣੇ ਜ਼ਮਾਨੇ ਦੇ ਵਿੱਚ ਹੋਇਆ। ਕਈ ਵਾਰੀ ਕੀ ਹੁੰਦਾ ਸੀ, ਜਦੋਂ ਰਾਤ ਦੇ ਵਿੱਚ ਹਨੇਰਾ ਪੈ ਜਾਵੇ, ਜਦੋਂ ਹਨੇਰਾ ਛਾ ਜਾਂਦਾ ਤੇ ਦੀਆ ਘਰ ਵਾਲੇ ਕੀ ਕਰਦੇ, ਜੇ ਘਰ ਦੇ ਵਿੱਚ ਬਹਿਣਾ ਤੇ ਉਹ ਦੀਆ ਜਿਹੜਾ ਹੈ ਘਰ ਦੇ ਅੰਦਰ ਰੱਖਦੇ ਹਨ ਤੇ ਦੀਏ ਦਾ ਪ੍ਰਕਾਸ਼ ਜਿਹੜਾ ਘਰ ਦੇ ਅੰਦਰ ਹੁੰਦਾ। ਤੇ ਕਈ ਵਾਰੀ ਘਰ ਦੇ ਬਾਹਰ ਬਹਿਣਾ ਤੇ ਉਹ ਦੀਆ ਸਲਾਈ ਜਿਹੜੀ ਹੈ ਜਾਂ ਦੀਆ ਜਿਹੜਾ ਹੈ ਉਹਨੂੰ ਘਰ ਤੋਂ ਬਾਹਰ ਲੈ ਕੇ ਜਾਂਦੇ। ਜੇ ਦੀਏ ਨੂੰ ਘਰ ਤੋਂ ਬਾਹਰ ਰੱਖਦੇ ਹੋ ਤੇ ਬਾਹਰ ਪ੍ਰਕਾਸ਼ ਹੋ ਜਾਂਦਾ। ਲੇਕਿਨ ਕਈ ਵਾਰੀ ਕੀ ਹੁੰਦਾ, ਘਰ ਦੇ ਕੁਝ ਮੈਂਬਰ ਬਾਹਰ ਬੈਠੇ ਹੋਏ ਹੁੰਦੇ ਤੇ ਕੁਝ ਮੈਂਬਰ ਜਿਹੜੇ ਘਰ ਦੇ ਅੰਦਰ ਬੈਠੇ ਹੋਏ ਹੁੰਦੇ। ਤੇ ਫਿਰ ਦੀਆ ਜੇ ਇੱਕ ਹੋਵੇ ਦੀਆ, ਉਹਨੂੰ ਅੰਦਰ ਰੱਖੋ ਤੇ ਬਾਹਰ ਦੇ ਲੋਕ ਉਹ ਫਿਰ ਪ੍ਰਕਾਸ਼ ਤੋਂ ਵਾਂਝੇ ਰਹਿ ਜਾਣਗੇ। ਜੇ ਦੀਏ ਨੂੰ ਬਾਹਰ ਰੱਖ ਦਿੱਤਾ ਤੇ ਅੰਦਰ ਦੇ ਲੋਕ ਅੰਧਕਾਰ ਦੇ ਵਿੱਚ ਉਹਨਾਂ ਨੂੰ ਅੰਧਕਾਰ ਨਜ਼ਰ ਆਵੇਗਾ। ਫਿਰ ਸਿਆਣੇ ਕੀ ਕਰਦੇ, ਉਹਨੂੰ ਫਿਰ ਦੇਹਲੀ ਦੀਪਕ ਦਾ ਭਾਵ ਕਿ ਦਹਲੀਜ਼ ਜਿਹੜੀ ਹੁੰਦੀ ਹੈ ਦਰਵਾਜ਼ੇ ਦੇ ਵਿਚਕਾਰ ਉਹ ਰੱਖ ਦਿੰਦੇ ਦੀਏ ਨੂੰ, ਤੇ ਉਹ ਦੀਏ ਦਾ ਪ੍ਰਕਾਸ਼ ਬਾਹਰ ਵੀ ਕਰਦਾ ਤੇ ਅੰਦਰ ਵੀ ਕਰਦਾ। ਉਹਨੂੰ ਦੇਹਲੀ ਦੀਪਕ ਕਹਿੰਦੇ ਸਨ ਕਿ ਭਾਈ ਇਹ ਦੇਹਲੀ ਦੀਪਕ ਦਹਲੀਜ਼ ਦੇ ਉੱਤੇ ਦੀਪਕ ਬਾਲ ਦਿਓ, ਫਿਰ ਬਾਹਰ ਵੀ ਪ੍ਰਕਾਸ਼ ਕਰੇਗਾ ਤੇ ਅੰਦਰ ਵੀ ਪ੍ਰਕਾਸ਼ ਕਰੇਗਾ। ਇਸ ਤਰ੍ਹਾਂ ਹੀ ਪਿਆਰਿਓ ਗੁਰਬਾਣੀ ਦੇ ਵਿੱਚ ਵੀ ਜਦੋਂ ਆਪਾਂ ਗੁਰਬਾਣੀ ਦੀ ਸੰਥਿਆ ਕਰਦੇ ਹਾਂ, ਬਹੁਤ ਸਾਰੇ ਇਹੋ ਜਿਹੇ ਸ਼ਬਦ, ਖਾਸ ਕਰਕੇ ਨੰਨਾ ਸ਼ਬਦ ਜਿਹੜਾ ਹੈ, ਨੰਨਾ ਸ਼ਬਦ ਪਿਆਰਿਓ ਕਈ ਵਾਰੀ ਦੇਹਲੀ ਦੀਪਕ ਦੇ ਤੌਰ ਤੇ ਬਹੁਤ ਜ਼ਿਆਦਾਤਰ ਨੰਨਾ ਸ਼ਬਦ ਹੀ ਜਿਹੜਾ ਇਹ ਵਰਤਿਆ ਜਾਂਦਾ ਦੇਹਲੀ ਦੀਪਕ ਦੇ ਤੌਰ ਤੇ। ਇਹਦਾ ਅਰਥ ਇਸ ਪਾਸੇ ਵੀ ਕਰਕੇ ਇਸ ਪਾਸੇ ਵੀ ਲਾ ਕਰਕੇ ਅਰਥ ਸਪਸ਼ਟ ਹੁੰਦੇ ਹਨ ਤੇ ਦੂਜੇ ਪਾਸੇ ਵੀ ਫਿਰ ਇਹ ਸ਼ਬਦ ਜਿਹੜਾ ਹੈ ਆਪਾਂ ਲਾ ਕਰਕੇ ਇਹਦਾ ਅਰਥ ਸਪਸ਼ਟ ਹੋਵੇਗਾ। ਆਮ ਕਰਕੇ ਪਿਆਰਿਓ ਜਿਹੜੇ ਅੱਖਰ ਹੁੰਦੇ ਇੱਕ ਪਾਸੇ ਹੀ ਉਹ ਅੱਖਰ ਲੱਗ ਕਰਕੇ ਉਹਦਾ ਅਰਥ ਹੁੰਦਾ, ਲੇਕਿਨ ਕਈ ਵਾਰੀ ਜਦੋਂ ਆਪਾਂ ਗੁਰਬਾਣੀ ਦੇ ਅਰਥ ਕਰਦੇ ਆ, ਕੁਝ ਸ਼ਬਦ ਇਹੋ ਜਿਹੇ ਹੁੰਦੇ ਹਨ ਦੇਹਲੀ ਦੀਪਕ ਦੇ ਤੌਰ ਤੇ ਉਹ ਸਾਨੂੰ ਵਰਤਣਾ ਪੈਂਦਾ ਤੇ ਉਹਦਾ ਪ੍ਰਕਾਸ਼, ਉਹਦਾ ਅਰਥ ਇਸ ਪੰਕਤੀ ਦੇ ਵਿੱਚ ਵੀ ਆਉਂਦਾ ਤੇ ਅਗਲੀ ਪੰਕਤੀ ਵਿੱਚ ਵੀ ਆਉਂਦਾ। ਇੱਥੇ ਆ ਸ਼ਬਦ ਜਿਹੜਾ ਨੰਨਾ ਸ਼ਬਦ ਇਹਨੂੰ ਪਿਆਰਿਓ ਦੇਹਲੀ ਦੀਪਕ ਦੇ ਤੌਰ ਤੇ ਅਰਥ ਕਰਨਾ ਕਿ ਇਹ ਮਮ ਰੂਪ ਨਾ, ਕਿ ਭਾਈ ਇਹ ਮੇਰਾ ਰੂਪ ਨਹੀਂ ਹੈ। ਨਾ ਆਗਿਆ ਲਖਨ ਤੇ ਜਿਹੜੇ ਅਗਿਆਨੀ ਲੋਕ ਉਹ ਨਹੀਂ ਜਾਣਦੇ, ਮਹਾਂਪੁਰਖ ਬ੍ਰਹਮ ਗਿਆਨੀ ਜਾਣ ਲੈਂਦੇ ਕਿ ਇਹ ਮੇਰਾ ਰੂਪ ਨਹੀਂ ਹੈ, ਅਗਿਆਨੀ ਲੋਕ ਇਹ ਨਹੀਂ ਜਾਣਦੇ ਹਨ। ਪਰਮਹੰਸ ਸੋ ਕਹੀਐ ਰੂਪ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿਹੜੇ ਪਰਮਹੰਸ ਹੁੰਦੇ ਹਨ ਉਹ ਇਹ ਦੱਸਦੇ, ਸਤ ਚੇਤਨ ਆਨੰਦ ਅਨੂਪ, ਉਹ ਦੱਸਦੇ ਕਿ ਭਾਈ ਇਹ ਮੇਰਾ ਰੂਪ ਨਹੀਂ ਹੈ, ਮੇਰਾ ਰੂਪ ਤਾਂ ਸਤ ਚੈਤਨਯ ਤੇ ਆਨੰਦਮਈ ਮੇਰਾ ਰੂਪ ਹੈ। ਤਨ ਤੇ ਨਿਆਰੋ ਜਨ ਹੈ ਐਸੇ
ਜੈਸੇ। ਉਹ ਤਨ ਦੇ ਵਿੱਚੋਂ ਆਪਣੇ ਆਪ ਨੂੰ ਇੰਜ ਨਿਆਰੇ ਜਾਣਦੇ ਹਨ ਮੰਦਰ ਬਿਖੈ ਬਸਹਿ ਕੋ ਜੈਸੇ। ਇਸ ਤਰ੍ਹਾਂ ਕਿ ਕੋਈ ਮੰਦਰ ਦੇ ਵਿੱਚ ਜੀਵ ਰਹਿੰਦਾ, ਆਪਾਂ ਘਰਾਂ ਦੇ ਵਿੱਚ ਰਹਿੰਦੇ ਆ। ਬੇਸ਼ੱਕ ਪਿਆਰਿਓ ਘਰ ਸਾਡੇ ਕਰਕੇ ਹੈ, ਲੇਕਿਨ ਘਰ ਕਰਕੇ ਅਸੀਂ ਥੋੜੀ ਆ। ਆਪਾਂ ਨੇ ਘਰ ਨੂੰ ਬਣਾਉਣਾ ਕੀਤਾ ਕਿ ਘਰ ਨੇ ਸਾਨੂੰ ਬਣਾਇਆ? ਕਦੇ ਵੇਖਿਆ ਕਿ ਭਾਈ ਪਹਿਲੇ ਘਰ ਬਣ ਗਿਆ ਫਿਰ ਉਹਨੇ ਬੰਦਿਆਂ ਨੂੰ ਪੈਦਾ ਕੀਤਾ? ਨਹੀਂ ਪਿਆਰਿਓ, ਜਦੋਂ ਵੀ ਘਰ ਬਣਦਾ ਨਾ ਬੰਦੇ ਘਰ ਨੂੰ ਬਣਾਉਂਦੇ ਹਨ, ਘਰ ਕਦੇ ਬੰਦਿਆਂ ਨੂੰ ਨਹੀਂ ਬਣਾਇਆ ਕਰਦੇ। ਤੇ ਘਰ ਜਿਹੜਾ ਹੈ ਆਪਾਂ ਵੇਖਦੇ ਆ, ਘਰ ਦੇ ਵਿੱਚ ਆਪਾਂ ਕਹਿ ਤਾਂ ਦਿੰਦੇ ਆ ਕਿ ਭਾਈ ਆ ਮੇਰਾ ਘਰ ਹੈ, ਇਹ ਮੇਰੀ ਜ਼ਮੀਨ ਹੈ, ਮੇਰੀ ਜਾਇਦਾਦ ਹੈ, ਲੇਕਿਨ ਇਹ ਵੀ ਸਾਨੂੰ ਪਤਾ ਹੁੰਦਾ ਕਿ ਘਰ ਭਾਈ ਵੱਖਰਾ ਹੈ ਤੇ ਮੈਂ ਵੱਖਰਾ ਹਾਂ ਕਰਕੇ ਤਿਸ ਕੋ ਆਪਣੋ ਰੂਪ ਪਛਾਨ ਹੈ। ਉਹ ਆਪਣਾ ਜਿਹੜਾ ਮੂਲ ਰੂਪ ਜਿਹੜਾ ਹੈ ਉਹ ਪਹਿਚਾਨ ਲੈਂਦੇ ਹਨ, ਜਾਣ ਲੈਂਦੇ ਹਨ। ਤਨ ਹੰਤਾ ਨਿਰਣੈ ਕਰ ਹਨ ਹੈ। ਫਿਰ ਤਨ ਹੰਤਾ ਜੋ ਹੈ ਅਹੰਕਾਰ ਨੂੰ ਨਿਰਣਾ ਕਰਕੇ ਉਹਨਾਂ ਦਾ ਉਹ ਨਾਸ਼ ਕਰ ਦਿੰਦੇ ਹਨ ਕਿ ਭਾਈ ਮੈਂ ਤਾਂ ਕੁਛ ਨਹੀਂ ਹਾਂ, ਮੈਂ ਨਾਹੀ ਪ੍ਰਭ ਸਭ ਕਿਛ ਤੇਰਾ। ਈਗ ਹੈ ਨਿਰਗੁਣ ਊਗ ਹੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਉਹ ਆਪਣੇ ਆਪ ਦਾ ਹਮ ਤਨ ਦਿਓ ਹੈ ਢਹਾਰ, ਉਹ ਆਪਣੇ ਤਨ ਨੂੰ ਖਤਮ ਕਰ ਦਿੰਦੇ ਹਨ, ਤਨ ਦੀ ਹੰਗਤਾ ਦਾ ਉਹ ਨਾਸ਼ ਕਰ ਲੈਂਦੇ। ਸਮ ਮੰਦਿਰ ਕੇ ਜਾਣਹਿ ਨਿਆਰੋ। ਉਹ ਫਿਰ ਮੰਦਰ ਦੇ ਵਾਂਗੂ ਆਪਣੇ ਆਪ ਨੂੰ ਨਿਆਰਾ ਜਾਣਦੇ। ਜਿਸ ਤਰ੍ਹਾਂ ਕਿ ਬੰਦਾ ਕਹਿੰਦਾ ਨਾ ਇਹ ਮੇਰਾ ਘਰ ਹੈ, ਲੇਕਿਨ ਮੈਂ ਘਰ ਨਹੀਂ ਹਾਂ। ਮੈਂ ਘਰ ਦੇ ਵਿੱਚ ਬੇਸ਼ੱਕ ਆਉਂਦਾ ਹਾਂ, ਲੋੜ ਪਈ ਉਥੇ ਵਿਸ਼ਰਾਮ ਕਰਦਾ, ਪ੍ਰਸ਼ਾਦਾ ਛਕਦਾ, ਲੇਕਿਨ ਕਾਰੋਬਾਰ ਵਾਸਤੇ ਫਿਰ ਮੈਨੂੰ ਬਾਹਰ ਜਾਣਾ ਪੈਂਦਾ ਹੈ, ਕਿਉਂਕਿ ਮੈਂ ਘਰ ਨਹੀਂ ਆ, ਤਾਂ ਹੀ ਤਾਂ ਮੈਂ ਬਾਹਰ ਅੰਦਰ ਜਾ ਸਕਦਾ। ਇਸ ਤਰ੍ਹਾਂ ਹੀ ਉਹ ਜਾਣ ਲੈਂਦੇ ਕਿ ਭਾਈ ਇਹ ਸਰੀਰ ਮੇਰਾ ਘਰ ਹੈ, ਅਸਲ ਦੇ ਵਿੱਚ ਆਤਮਾ ਜਿਹੜੀ ਹੈ ਇਹ ਤੋਂ ਵੱਖ ਹੈ। ਜਦੋਂ ਲੋੜ ਪਈ, ਜਦੋਂ ਜਨਮ ਹੋਇਆ ਆਤਮਾ ਇਹਦੇ ਅੰਦਰ ਆ ਗਈ, ਜਦੋਂ ਇਹ ਤਨ ਨੇ ਖਤਮ ਹੋ ਜਾਣਾ, ਇਹਦੇ ਵਿੱਚੋਂ ਆਤਮਾ ਨੇ ਨਿਕਲ ਜਾਣਾ। ਜੀਰਨ ਹੋਏ ਤਿਆਗ ਪਧਾਰੋ। ਜਦੋਂ ਸਰੀਰ ਜਦੋਂ ਜੀਰਨ ਹੋ ਜਾਂਦਾ ਤੇ ਫਿਰ ਉਹ ਕੀ ਕਰਦੇ, ਆਪਾਂ ਤਿਆਗ ਦਿੰਦੇ ਹਨ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਕਿ ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਪਹਾੜ। ਤੇ ਆ ਜਿਹੜਾ ਬੇੜਾ ਜਿਹੜਾ ਨਾ ਪਿਆਰਿਓ, ਇੱਕ ਦੋ ਛੇਕ ਨਹੀਂ ਕਈ ਛੇਕ ਇਹਨੂੰ ਲੱਗ ਜਾਂਦੇ, ਤੇ ਜਦੋਂ ਬਹੁਤ ਸਾਰੇ ਛੇਕ ਵੱਜ ਜਾਣ ਤੇ ਫਿਰ ਉਹ ਬੇੜੇ ਨੂੰ ਡੁੱਬਣ ਤੋਂ ਕੋਈ ਬਚਾ ਨਹੀਂ ਸਕਦਾ, ਉਹ ਡੁੱਬ ਜਾਂਦਾ। ਸਿਆਣੇ ਕੀ ਕਰਦੇ, ਤੇ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹੋਂ ਫਰਕ। ਉਸੇ ਵੇਲੇ ਛਾਲ ਮਾਰ ਕਰਕੇ ਬੇੜੇ ਤੋਂ ਪਰੇ ਹੋ ਜਾਂਦੇ ਹਨ। ਤਨ ਆਤਮ ਸੰਸਰ ਪੈ ਪਾਣੀ। ਤੇ ਤਨ ਤੇ ਆਤਮਾ ਜੋ ਹੈ ਇਹ ਮਿਲੀ ਹੋਈ ਹੈ, ਜਿਸ ਤਰ੍ਹਾਂ ਪਾਣੀ ਦੇ ਵਿੱਚ ਦੁੱਧ ਮਿਲਿਆ ਹੋਇਆ ਹੁੰਦਾ। ਕਰਹਿ ਜੋ ਨਰ ਹੈ ਹੰਸ ਸਮਾਨੀ। ਸਤਿਗੁਰੂ ਜੀ ਕਹਿਣ ਲੱਗੇ ਜਿਸ ਤਰ੍ਹਾਂ ਕਿ ਪਾਣੀ ਦੇ ਵਿੱਚੋਂ ਦੁੱਧ ਹੰਸ ਵੱਖਰਾ ਕਰ ਦਿੰਦਾ, ਇਸ ਤਰ੍ਹਾਂ ਹੀ ਪਰਮ ਹੰਸ ਜਿਹੜੇ ਹਨ ਉਹ ਤਨ ਨੂੰ, ਤਨ ਦੇ ਵਿੱਚੋਂ ਆਤਮਾ ਨੂੰ ਉਹ ਵੱਖ ਕਰ ਦਿੰਦੇ ਹਨ। ਤਿਨ ਕੋ ਪਰਮ ਹੰਸ ਹੈ ਨਾਮ। ਉਹਨਾਂ ਦਾ ਨਾਮ ਹੈ ਭਾਈ ਪਰਮ ਹੰਸ। ਪਾਵਹਿ ਬ੍ਰਹਮ ਗਿਆਨ ਅਭਿਰਾਮੋ। ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਇਹ ਸਾਰੇ ਪਿਆਰਿਓ ਸ਼ਬਦ ਇੱਕੋ ਜਿਹੇ ਹਨ, ਇਹਦਾ ਮਾਇਨਾ ਇੱਕੋ ਜਿਹਾ ਹੈ। ਭਾਵੇਂ ਉਹਨੂੰ ਬ੍ਰਹਮ ਗਿਆਨੀ ਬੋਲੋ, ਭਾਵੇਂ ਉਹਨਾਂ ਨੂੰ ਸੰਤ ਬੋਲੋ, ਪਰਮ ਹੰਸ ਬੋਲੋ, ਜਾਂ ਜੋ ਮਰਜ਼ੀ ਲਕਬ ਦੇ ਨਾਲ, ਸ਼ਬਦਾਂ ਦੇ ਨਾਲ ਨਿਰਵਾਣ ਕਹਿ ਲਿਓ, ਜੋ ਮਰਜ਼ੀ ਸ਼ਬਦਾਂ ਦੇ ਨਾਲ ਸੰਬੋਧਨ ਕਰ ਲਿਓ, ਲੇਕਿਨ ਇਹ ਅਵਸਥਾ ਇੱਕੋ ਹੀ ਹੈ। ਤਨ ਤੇ ਨਿਆਰੋ ਜਬ ਮਤ ਧਰੈ। ਤੇ ਫਿਰ ਉਹ ਜਾਣ ਲੈਂਦੇ ਕਿ ਭਾਈ ਆਪਣਾ ਮੈਂ ਸਰੀਰ ਨਹੀਂ ਆ, ਮੈਂ ਤਨ ਤੋਂ ਵੱਖਰਾ ਹਾਂ। ਰਸ ਵਿਸ਼ਯਨ ਹਿਤ ਪਾਪ ਨ ਕਰੈ। ਫਿਰ ਉਹ ਵਿਸ਼ੇ ਵਿਕਾਰਾਂ ਦੇ ਵਾਸਤੇ, ਵਿਸ਼ੇ ਵਿਕਾਰਾਂ ਦੇ ਰਸ ਵਾਸਤੇ ਫਿਰ ਪਾਪ ਨਹੀਂ ਕਰਦੇ ਹਨ। ਉਹ ਕਹਿੰਦੇ ਕਿ ਭਾਈ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ। ਕਿ ਇਹ ਸਾਰੇ ਝਗੜੇ ਜਦੋਂ ਤੱਕ ਪਿਆਰਿਓ ਤਨ ਹੰਤਾ ਹੁੰਦੀ ਹੈ, ਤਨ ਦੇ ਵਿੱਚ ਅਹੰਕਾਰ ਹੁੰਦਾ, ਮੈਂ ਮੇਰੀ ਦਾ ਭਾਵ ਹੁੰਦਾ, ਇਹ ਮੈਂ ਹਾਂ, ਇਹ ਮੇਰੀ ਵਸਤੂ ਹੈ, ਕੌਣ ਹਮਰੀ ਭੂਮ ਕੌਣ ਕਾਲੇ ਪੈਰ, ਮੇਰੀ ਥਾਂ ਤੇ ਕੋਈ ਆ ਕਰਕੇ ਤਾਂ ਵਿਖਾਵੇ। ਇਹ ਜਿਹੜੇ ਆਪਾਂ ਦਾਅਵੇ ਕਰਦੇ ਆ, ਜਦੋਂ ਤੱਕ ਤਨ ਹੰਤਾ ਹੁੰਦੀ ਹੈ,
ਇੱਕ ਵਾਰੀ ਤਨ ਹੰਤਾ ਸਰੀਰ ਦੇ ਵਿੱਚੋਂ ਚੱਲ ਜਾਵੇ ਉਹ ਤਾਂ ਫਿਰ ਪਿਆਰਿਓ ਉਹ ਨਿਮਰਤਾ ਦੇ ਵਿੱਚ ਆ ਜਾਂਦੇ ਹਨ। ਕੋਈ ਇਹੋ ਜਿਹੇ ਦਾਅਵੇ ਆਦਿਕ ਨਹੀਂ ਕਰਦੇ। ਜਲ ਤੇ ਕਮਲ ਰਹਿ ਨਿਰਲੇਪੂ, ਜਿਸ ਤਰ੍ਹਾਂ ਕਿ ਕਮਲ ਦਾ ਫੁੱਲ ਪਿਆਰਿਓ ਜਲ ਦੇ ਵਿੱਚ ਰਹਿ ਕਰਕੇ ਜਲ ਤੋਂ ਉਹ ਨਿਰਲੇਪ ਰਹਿੰਦਾ, ਇਸ ਤਰ੍ਹਾਂ ਹੀ ਪਰਮਹੰਸ ਮਹਾਂਪੁਰਖ ਰਹਿੰਦੇ ਤਾਂ ਸੰਸਾਰ ਦੇ ਵਿੱਚ, ਸੰਸਾਰ ਦੇ ਪਿਆਰਿਓ ਕਿਰਿਆ ਕਰਮ ਦੇ ਵਿੱਚ ਹੀ ਹੁੰਦੇ, ਲੇਕਿਨ ਸਾਰਿਆਂ ਤੋਂ ਨਿਰਲੇਪ ਰਹਿੰਦੇ, ਆਪਣਾ ਤਾਦਾਤਮ ਉਹਨਾਂ ਵਿੱਚ ਨਹੀਂ ਜੋੜਦੇ। ਲਿਪਹਿ ਨ ਕਿਮ ਹੋਏ ਬ੍ਰਿੰਦ ਬਿਖੇਪੂ, ਜੋ ਮਰਜੀ ਹੋ ਜਾਏ ਪਿਆਰਿਓ, ਭਾਵੇਂ ਸੰਸਾਰ ਉਲਟ ਪੁਲਟ ਹੋ ਜਾਏ, ਸੂਰਜ ਕੀ ਦਿਸ਼ ਹੈ ਤਿਨ ਧਿਆਨ, ਉਹਨਾਂ ਦਾ ਧਿਆਨ ਜਿਹੜਾ ਜਿਸ ਤਰ੍ਹਾਂ ਕਮਲ ਦਾ ਫੁੱਲ ਰਹਿੰਦਾ ਪਿਆਰਿਓ, ਬੇਸ਼ੱਕ ਪਾਣੀ ਦੇ ਵਿੱਚ ਹੈ, ਗੰਦਗੀ ਦੇ ਵਿੱਚ, ਚਿੱਕੜ ਦੇ ਵਿੱਚ ਰਹਿੰਦਾ, ਲੇਕਿਨ ਉਹਦਾ ਧਿਆਨ ਪਾਣੀ ਤੇ ਚਿੱਕੜ ਦੇ ਵਿੱਚ ਨਹੀਂ ਹੁੰਦਾ, ਸਦਾ ਉਹਦਾ ਧਿਆਨ ਸੂਰਜ ਵੱਲ ਹੁੰਦਾ ਹੈ। ਕਦੇ ਆਪਾਂ ਵੇਖਣਾ ਕਰੀਏ ਪਿਆਰਿਓ, ਕਿਉਂਕਿ ਇਹ ਜੋ ਕਮਲ ਦਾ ਫੁੱਲ ਹੈ ਇਹਨੂੰ ਸਭ ਤੋਂ ਜ਼ਿਆਦਾ ਮਹਾਨਤਾ ਹਿੰਦੁਸਤਾਨ ਦੇ ਵਿੱਚ, ਫੁੱਲ ਤਾਂ ਪਿਆਰਿਓ ਬਹੁਤ ਜ਼ਿਆਦੇ ਹਨ, ਬਥੇਰੇ ਹਨ ਸੰਸਾਰ ਦੇ ਵਿੱਚ, ਇੱਕ ਤੋਂ ਇੱਕ ਵਧੀਆ ਤੋਂ ਵਧੀਆ ਫੁੱਲ, ਡੈਕੋਰੇਸ਼ਨ ਆਦਿਕ ਵਾਸਤੇ ਵੀ ਕਈ ਤਰ੍ਹਾਂ ਦੇ ਫੁੱਲ। ਹੁਣ ਤਾਂ ਆਪਾਂ ਵੇਖਦੇ ਹਾਂ ਇਹੋ ਜਿਹੇ ਨਵੇਂ ਕਿਸਮ ਦੇ ਫੁੱਲ ਆ ਰਹੇ, ਵੇਖ ਕਰਕੇ ਪਿਆਰਿਓ ਬੰਦਾ ਦੰਗ ਹੋ ਜਾਂਦਾ, ਇੰਜ ਲੱਗਦਾ ਕਿ ਭਾਈ ਇਹ ਅਸਲੀ ਫੁੱਲ ਹਨ ਜਾਂ ਨਕਲੀ, ਇਹ ਬਨਾਵਟੀ ਫੁੱਲ ਹੁੰਦੇ। ਅਸਲੀ ਬਹੁਤ ਜ਼ਿਆਦੀ ਉਹਨਾਂ ਦੀ ਸ਼ੋਭਾ, ਲੇਕਿਨ ਪਿਆਰਿਓ ਜੇ ਫੁੱਲਾਂ ਦਾ ਵੇਖਣਾ ਕਰੀਏ, ਸਭ ਤੋਂ ਜ਼ਿਆਦੀ ਮਹਾਨਤਾ ਫੁੱਲਾਂ ਦੇ ਵਿੱਚੋਂ ਕਮਲ ਦੇ ਫੁੱਲ ਨੂੰ ਇਹ ਮਹਾਨਤਾ ਪ੍ਰਾਪਤ ਹੋਈ ਹੈ। ਜਿਸ ਤਰ੍ਹਾਂ ਇਹ ਆਪਾਂ ਗੁਰੂ ਕੇ ਅਸਥਾਨ ਵੇਖਦੇ ਆ, ਮੰਦਰਾਂ ਨੂੰ ਵੇਖਦੇ ਆ, ਆਪ ਜੀ ਵੇਖਣਾ ਕਰੋ, ਅੰਦਰ ਵੀ ਆਪ ਜੀ ਦੇਖੋ ਜੋ ਡਿਜ਼ਾਈਨ ਬਣਿਆ ਹੋਇਆ ਹੁੰਦਾ ਨਾ, ਇਹ ਫੁੱਲ ਦਾ ਪਿਆਰਿਓ ਕਮਲ ਫੁੱਲ ਦਾ ਡਿਜ਼ਾਈਨ ਹੈ। ਪੂਰੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਜੋ ਆਪ ਜੀ ਵੇਖੋ ਇੱਕ ਡਿਜ਼ਾਈਨ ਜਿਹੜਾ ਫੁੱਲਾਂ ਵਰਗਾ ਨਜ਼ਰ ਆਵੇਗਾ, ਉਹ ਕਮਲ ਫੁੱਲ ਦੇ ਫੁੱਲਾਂ ਦਾ ਡਿਜ਼ਾਈਨ ਹੈ। ਤੇ ਨਾਲ ਆਪ ਜੀ ਜਦੋਂ ਗੁੰਮਜ ਦੇ ਉੱਤੇ ਜਾਓ ਤੇ ਕਈਆਂ ਨੂੰ ਲੱਗਦਾ, ਕਈਆਂ ਨੇ ਪਿਆਰੇ ਇਹ ਵੀ ਪੁੱਛਿਆ ਸੀ ਦਾਸ ਨੂੰ ਕਿ ਉਹ ਇਹੋ ਜਿਹਾ ਡਿਜ਼ਾਈਨ ਲੱਗ ਰਿਹਾ ਕਿ ਸੱਪਾਂ ਦਾ ਡਿਜ਼ਾਈਨ ਉਹਨਾਂ ਨੂੰ ਜਾਪਦਾ, ਜਿਸ ਤਰ੍ਹਾਂ ਕਿ ਫਰਨੀਅਰ ਨਾਗ ਹੁੰਦਾ ਫਨ ਖਿਲਾਰ ਕਰਕੇ ਬਹਿੰਦਾ, ਇਸ ਤਰ੍ਹਾਂ ਉਹਨਾਂ ਨੂੰ ਭਾਸਦਾ, ਲੇਕਿਨ ਪਿਆਰਿਓ ਉਹ ਸੱਪਾਂ ਦਾ ਡਿਜ਼ਾਈਨ ਨਹੀਂ ਹੈ। ਸਾਡਾ ਗੁੰਮਜ ਜਿਹੜਾ ਹੈ, ਤੇ ਗੁੰਮਜ ਵੀ ਪਿਆਰਿਓ ਜੋ ਸਿਖਰ ਕਲਸ ਜਿਹੜਾ ਹੈ ਉਹ ਵੀ ਪਿਆਰਿਓ ਉਹਦਾ ਡਿਜ਼ਾਈਨ ਵੇਖਣਾ ਕਰੋ, ਕਮਲ ਦਾ ਫੁੱਲ ਹੁੰਦਾ, ਜਿਸ ਤਰ੍ਹਾਂ ਖਿੜਿਆ ਹੋਇਆ ਕਮਲ ਦਾ ਫੁੱਲ, ਇਹਦਾ ਪ੍ਰਤੀਕ ਹੈ ਕਿ ਬੇਸ਼ੱਕ ਗੁਰੂ ਅਸਥਾਨ ਜਿਹੜਾ ਧਰਤੀ ਦੇ ਵਿੱਚ ਹੈ, ਭਾਵ ਕਿ ਇੱਥੇ ਬਹੁਤ ਸਾਰੇ ਚੰਗੇ ਮਾੜੇ ਲੋਕ ਹੋਣਗੇ, ਗੰਦਗੀ ਜਿਸ ਤਰ੍ਹਾਂ ਕਮਲ ਦਾ ਫੁੱਲ ਰਹਿੰਦਾ ਪਾਣੀ ਗੰਦਗੀ ਦੇ ਵਿੱਚ, ਇਸ ਤਰ੍ਹਾਂ ਹੀ ਇਹ ਸੰਸਾਰ ਦੀਆਂ ਗੰਦਗੀਆਂ ਦੇ ਵਿੱਚ ਹੈ, ਲੇਕਿਨ ਜਿਸ ਤਰ੍ਹਾਂ ਗੰਦਗੀ ਦੇ ਵਿੱਚ ਰਹਿ ਕਰਕੇ ਕਮਲ ਦਾ ਫੁੱਲ ਸਾਰੀ ਗੰਦਗੀ ਦੇ ਵਿੱਚੋਂ ਜਲ ਦੇ ਵਿੱਚੋਂ ਨਿਰਲੇਪ ਰਹਿੰਦਾ, ਇਸ ਤਰ੍ਹਾਂ ਹੀ ਪਿਆਰਿਆ ਗੁਰੂ ਘਰ ਜਿਹੜਾ ਹੈ, ਬੇਸ਼ੱਕ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦੀ ਈਰਖਾਰ ਚੱਲਦੀ ਹੈ, ਦਵੇਸ਼ ਚੱਲਦਾ, ਬਹੁਤ ਰਾਜਨੀਤੀ ਚੱਲਦੀ ਹੈ, ਲੋਕੀ ਗੁਰੂ ਘਰ ਨੂੰ ਲੁੱਟਣ ਵਾਸਤੇ ਅੱਜ ਬੈਠੇ ਹੋਏ ਹਨ, ਬਹੁਤ ਜ਼ਿਆਦਾ ਤਰ੍ਹਾਂ ਦੇ ਲੋਕ ਤਰ੍ਹਾਂ ਦੇ ਵਿਗਣ ਪਾਉਣ ਵਾਸਤੇ ਤਿਆਰ, ਲੇਕਿਨ ਪਿਆਰੇ ਇਹ ਉਹਨਾਂ ਦੀ ਬਿਰਤੀ ਹੈ। ਇਹਨਾਂ ਸਾਰਿਆਂ ਦੇ ਵਿੱਚ ਰਹਿ ਕਰਕੇ ਵੀ ਜਿਸ ਤਰ੍ਹਾਂ ਕਮਲ ਦਾ ਫੁੱਲ ਨਿਆਰਾ ਹੁੰਦਾ ਹੈ, ਇਸ ਤਰ੍ਹਾਂ ਹੀ ਸਾਡੇ ਗੁਰੂ ਘਰ ਜਿਹੜੇ ਹਨ ਉਹ ਇਹਨਾਂ ਸਾਰੇ ਗੰਦਗੀ ਦੇ ਵਿੱਚੋਂ ਵੀ ਰਹਿ ਕਰਕੇ ਸਾਰਿਆਂ ਤੋਂ ਨਿਰਲਿਪਤ ਹਨ, ਸਾਰਿਆਂ ਤੋਂ ਨਿਆਰੇ ਹਨ। ਇਸ ਕਰਕੇ ਕਮਲ ਦਾ ਫੁੱਲ ਇਹ ਬਾਰ-ਬਾਰ ਜਿਹੜਾ ਹੈ ਗੁਰੂ ਘਰ ਦੇ ਵਿੱਚ ਆਕ੍ਰਿਤੀਆਂ ਦੇ ਵਿੱਚ, ਡਿਜ਼ਾਈਨਾਂ ਦੇ ਵਿੱਚ, ਮੀਨਾਕਾਰੀ ਹੋ ਗਿਆ, ਪੱਚਾਕਾਰੀ ਆਦਿਕ ਦੇ ਵਿੱਚ ਇਹ ਜਿਹੜੇ ਡਿਜ਼ਾਈਨ ਉਕੇਰੇ ਜਾਂਦੇ ਹਨ ਉਹ ਕਮਲ ਦਾ ਫੁੱਲ ਹੁੰਦਾ ਹੈ। ਛੁਵੈ ਨਾ ਜਲ ਰੰਚਕ ਪਰ ਆਨ, ਤੇ ਕਮਲ ਦਾ ਫੁੱਲ ਰਹਿੰਦਾ ਪਿਆਰਿਓ ਗੰਦਗੀ ਜਲ ਦੇ ਵਿੱਚ, ਲੇਕਿਨ ਉਹਨੂੰ ਜਲ ਸਪਰਸ਼ ਨਹੀਂ ਕਰਦਾ। ਇਸ ਤਰ੍ਹਾਂ ਹੀ ਮਹਾਂਪੁਰਖ ਰਹਿੰਦੇ ਸੰਸਾਰ ਦੇ ਵਿੱਚ, ਲੇਕਿਨ ਉਹਨਾਂ ਦਾ ਧਿਆਨ ਰਹਿੰਦਾ ਰੱਬ ਦੇ ਨਾਲ, ਪਰਮਾਤਮਾ ਦੇ ਨਾਲ। ਪਰਮਹੰਸ ਤਿਮ ਜਗ ਮਹਿ ਰਹਿ, ਇਸ ਤਰ੍ਹਾਂ ਹੀ ਪਰਮਹੰਸ ਮਹਾਂਪੁਰਖ ਜਿਹੜੇ ਹਨ ਉਹ ਸੰਸਾਰ ਦੇ ਵਿੱਚ ਕਮਲ ਫੁੱਲ ਦੇ ਵਾਂਗੂ ਨਿਰਲੇਪ ਹੋ ਕਰਕੇ ਰਹਿੰਦੇ। ਆਤਮ ਧਿਆਨ ਸਦਾ ਉਰ ਲਹਿ, ਸਦਾ ਉਹ ਆਤਮ ਧਿਆਨ ਦੇ ਵਿੱਚ ਤਦਾਤਮ ਰਹਿੰਦੇ ਹਨ। ਤਨ ਕੇ ਸੁਖ ਦੁਖ ਜਬ ਪਰ ਜਾਏ, ਜਦੋਂ ਤਨ ਦੇ ਉੱਤੇ ਪਿਆਰਿਓ ਕੋਈ ਸੁੱਖ ਜਾਂ ਦੁੱਖ ਆ ਕਰਕੇ ਬਣਦੇ,
ਤਿਨ ਤੇ ਹਰਖ ਨਾ ਸ਼ੂਕ ਕਦਾਏ। ਤੇ ਜਿਹੜੇ ਰੱਬ ਦੇ ਪਿਆਰੇ ਉਹਨਾਂ ਦੇ ਨਾਲ ਹਰਖ ਤੇ ਸ਼ੋਕ ਕਦੇ ਮਹਿਸੂਸ ਨਹੀਂ ਕਰਦੇ ਹਨ। ਹਰਖ ਸ਼ੋਕ ਤੇ ਰਹਿ ਅਤੀਤਾ, ਹਰਖ ਤੇ ਸ਼ੋਕ ਤੋਂ ਉਹ ਅਤੀਤ ਹੋ ਜਾਂਦੇ। ਵਰਤੈ ਗਿਆਨੀ ਸਮ ਅਗਿਆਨੀ। ਸਤਿਗੁਰੂ ਮਹਾਰਾਜ ਜੀ ਨੇ ਇਹ ਬੜਾ ਪਿਆਰਾ ਬਚਨ ਕੀਤਾ। ਮਹਾਰਾਜ ਜੀ ਨੇ ਕਿਹਾ ਕਿ ਜਿਹੜੇ ਗਿਆਨੀ ਦਿੰਦੇ, ਗਿਆਨੀ ਤਾਂ ਹੁੰਦੇ ਲੇਕਿਨ ਉਹ ਕਦੇ ਦਾਵਾ ਨਹੀਂ ਕਰਦੇ ਗਿਆਨੀ ਹੋਣ ਦਾ, ਉਹ ਅਗਿਆਨੀ ਬਣ ਕਰਕੇ ਸੰਸਾਰ ਦੇ ਵਿੱਚ ਰਹਿੰਦੇ ਹਨ। ਜੇ ਆਪਾਂ ਸਤਿਗੁਰੂ ਮਹਾਰਾਜ ਜੀ ਦਾ, ਪੂਰੇ ਸਤਿਗੁਰਾਂ ਦਾ ਇਤਿਹਾਸ ਪੜ੍ਹਨਾ ਕਰੋ ਪਿਆਰਿਓ, ਜੇ ਸਤਿਗੁਰੂ ਮਹਾਰਾਜ ਚਾਹੁੰਦੇ ਤਾਂ ਕੀ ਕੁਛ ਨਹੀਂ ਕਰ ਸਕਦੇ ਸਨ, ਲੇਕਿਨ ਮਹਾਰਾਜ ਜੀ ਨੇ ਜੀਵਨ ਜਿਹੜਾ ਆਮ ਜੀਵਾਂ ਦੇ ਵਾਂਗੂ, ਆਮ ਸੰਸਾਰੀ ਜੀਵਾਂ ਦੇ ਵਾਂਗੂ ਮਹਾਰਾਜ ਜੀ ਨੇ ਬਤੀਤ ਕਰਨਾ ਕੀਤਾ। ਕਦੇ ਆਪਣਾ ਆਪਾ ਨਹੀਂ ਜਣਾਇਆ। ਜੇ ਮਹਾਰਾਜ ਜੀ ਇੱਕ ਹੀ ਬਚਨ ਕਰ ਦਿੰਦੇ ਤੇ ਪਿਆਰਿਓ ਧਰਤੀ ਤਬਾਹ ਹੋ ਸਕਦੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਿਆਰਿਓ, ਮਹਾਰਾਜ ਜੀ ਦੇ ਵੇਲੇ ਇੱਕ ਸਾਖੀ ਆਉਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਦਿਨ ਸੈਰ ਕਰਦਿਆਂ ਕਰਦਿਆਂ ਥੋੜੇ ਲਾਂਬੇ ਚੱਲ ਗਏ। ਉੱਥੇ ਪਹਾੜੀ ਰਾਜੇ ਆਦਿਕ ਉਹਨਾਂ ਨੇ ਆ ਕਰਕੇ ਮਹਾਰਾਜ ਜੀ ਨੂੰ ਮਿਲਣਾ ਕੀਤਾ, ਬੇਨਤੀ ਕੀਤੀ। ਕਿਹਾ ਸਤਿਗੁਰੂ ਮਹਾਰਾਜ ਆਪ ਜੀ ਸੁਣਿਆ ਬਹੁਤ ਵੱਡੇ ਧਨੁਰਧਾਰੀ ਹੋ, ਬਹੁਤ ਵੱਡੇ ਤੀਰ ਅੰਦਾਜ਼ ਹੋ, ਮਹਾਬਲੀ ਹੋ, ਤੇ ਮਹਾਰਾਜ ਕੋਈ ਆਪਣੀ ਕਰਾਮਾਤ ਜਿਹੜੀ, ਕੋਈ ਆਪਣੀ ਸ਼ਕਤੀ ਆਪ ਜੀ ਦਿਖਾਉਣਾ ਕਰੋ। ਤਾਂ ਉਹਨਾਂ ਨੇ ਜਦੋਂ ਬਾਰ-ਬਾਰ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਭੱਥੇ ਦੇ ਵਿੱਚੋਂ ਤੀਰ ਕੱਢ ਕੇ ਪ੍ਰਤੰਚਾ ਦੇ ਉੱਤੇ ਚਾੜ ਕਰਕੇ ਜਦੋਂ ਖਿੱਚਣਾ ਕੀਤਾ, ਜਦੋਂ ਮਹਾਰਾਜ ਜੀ ਨੇ ਕਣ ਤੀਕਰ ਖਿੱਚਿਆ, ਹਾਲੇ ਪਿਆਰਿਓ ਤੀਰ ਨਹੀਂ ਚਲਾਇਆ, ਉਸੇ ਵੇਲੇ ਧਰਤੀ ਦੇ ਵਿੱਚ ਜ਼ਲਜ਼ਲਾ ਆ ਗਿਆ ਸੀ। ਆਕਾਸ਼ ਦੇ ਵਿੱਚੋਂ ਬਿਜਲੀਆਂ ਕੜਕਣ ਲੱਗੀਆਂ। ਬਹੁਤ ਇੱਕਦਮ ਇੰਜ ਲੱਗ ਰਿਹਾ ਸੀ ਕਿ ਭਾਵੇਂ ਕਿ ਭਾਈ ਪ੍ਰਲੈ ਆ ਜਾਵੇ। ਤੇ ਸਾਰੇ ਡਰ ਕੇ ਕਹਿਣ ਲੱਗੇ, ਨਹੀਂ ਮਹਾਰਾਜ ਕਿਰਪਾ ਕਰੋ, ਆ ਹੁਣ ਤਾਂ ਆਪ ਜੀ ਨੇ ਚਿੱਲੇ ਦੇ ਉੱਤੇ ਤੀਰ ਚਲਾਇਆ ਤਾਂ ਇੰਨਾ ਕਹਿਰ ਵਰਤ ਰਿਹਾ, ਆਪ ਜੀ ਨੇ ਜੇ ਤੀਰ ਚਲਾ ਦਿੱਤਾ ਤੇ ਬਹੁਤ ਜ਼ਿਆਦਾ ਕਹਿਰ ਵਰਤੇਗਾ, ਕਿਰਪਾ ਕਰੋ ਮਹਾਰਾਜ ਤੀਰ ਨਾ ਚਲਾਓ, ਵੇਖ ਲਿਆ ਆਪ ਜੀ ਦੀ ਸ਼ਕਤੀ, ਵਾਪਸ ਰੱਖ ਦਿਓ। ਫਿਰ ਉਹਨਾਂ ਨੇ ਕਿਹਾ ਮਹਾਰਾਜ ਜੇ ਆਪ ਜੀ ਚਾਹੁੰਦੇ ਤਾਂ ਆ ਮੁਗਲ ਜਿਹੜੇ ਹਨ ਇੱਕੋ ਤੀਰ ਦੇ ਨਾਲ ਹੀ ਮਹਾਰਾਜ ਇਹਨਾਂ ਨੂੰ ਆਪ ਜੀ ਸਫਾ ਚੱਟ ਕਰ ਸਕਦੇ ਹੋ। ਮਹਾਰਾਜ ਜੀ ਨੇ ਕਿਹਾ ਨਹੀਂ ਭਾਈ, ਇਹ ਅਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਹਾਂ, ਹੁੰਦੇ ਹਾਂ ਬੇਸ਼ੱਕ ਸ਼ਕਤੀ ਹੈ ਇੰਨੀ, ਇੱਕੋ ਤੀਰ ਦੇ ਵਿੱਚ ਇਹਨਾਂ ਦੀ ਸਾਰੀ ਸਲਤਨਤ ਨੂੰ ਅਸੀਂ ਤਬਾਹ ਕਰ ਸਕਦੇ ਹਾਂ, ਲੇਕਿਨ ਜਿਸ ਤਰ੍ਹਾਂ ਆਮ ਜੀਵ ਪਰਮਾਤਮਾ ਦਾ ਜੋ ਭਾਣਾ ਮੰਨ ਕਰਕੇ ਚੱਲਦਾ, ਅਸਾਂ ਨੇ ਉਸ ਤਰ੍ਹਾਂ ਹੀ ਚੱਲਣਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕਰਨਾ ਕੀਤਾ ਕਿ ਗੁਰਸਿੱਖੀ ਗੁਰਸਿੱਖ ਸੁਨ, ਅੰਦਰੋਂ ਸਿਆਣਾ ਬਾਹਰੋਂ ਭੋਲਾ। ਗੁਰੂ ਕਾ ਸਿੱਖ ਪਿਆਰਿਓ ਅੰਦਰੋਂ ਤਾਂ ਉਹ ਗਿਆਨਵਾਨ ਹੁੰਦਾ, ਲੇਕਿਨ ਬਾਹਰੋਂ ਜਿਹੜਾ ਬੜਾ ਭੋਲਾ ਬਣ ਕਰਕੇ ਅਗਿਆਨੀ ਜਿਸ ਤਰ੍ਹਾਂ ਇੱਕ ਆਮ ਬੰਦੇ ਆਪਣਾ ਜੀਵਨ ਯਾਪਨ ਕਰਦੇ ਹਨ। ਕਈ ਵਾਰੀ ਪਿਆਰਿਓ ਮਹਾਂਪੁਰਖਾਂ ਨੂੰ ਆਪਾਂ ਵੇਖਦੇ ਆ ਤੇ ਆਪਨੇ ਸੁਣਿਆ ਹੋਵੇਗਾ ਤੇ ਕਈ ਕਹਿ ਦਿੰਦੇ ਕਿ ਭਾਈ ਬਾਬਾ ਜੀ ਤਾਂ ਬੜੇ ਭੋਲੇ ਹਨ। ਕਈ ਪਿਆਰਿਓ ਬੜੇ ਚਲਾਕ ਵੀ ਹੁੰਦੇ, ਉਹ ਕੀ ਕਰਦੇ ਭੁੱਲਤਣ ਦਾ ਉਹ ਫਿਰ ਡਰਾਮਾ ਵੀ ਬੜਾ ਕਰ ਦਿੰਦੇ, ਲੇਕਿਨ ਅਸਲੀ ਸੰਤ ਪਿਆਰਿਓ ਉਹ ਡਰਾਮਾ ਨਹੀਂ ਕਰਦਾ, ਉਹ ਜਿਸ ਤਰ੍ਹਾਂ ਦੇ ਹੁੰਦੇ ਉਹ ਉਸ ਤਰ੍ਹਾਂ ਹੀ ਹੁੰਦੇ ਹਨ। ਫਿਰ ਇੱਕਦਮ ਸਿੱਧਾ ਸਾਦਾ ਜਿਹਾ ਬਸਤਰ, ਕੋਈ ਲਾ ਲਗਾ ਨਹੀਂ ਹੈ, ਜਿਸ ਤਰ੍ਹਾਂ ਕੇ ਬੱਚੇ ਹੁੰਦੇ ਹਨ। ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਆਪਾਂ ਨੇ ਦਿਨਚਰਿਆ ਜਦੋਂ ਸਰਵਣ ਕਰਨੀ ਕੀਤੀ, ਸਤਿਗੁਰੂ ਮਹਾਰਾਜ ਜਦੋਂ ਗਿਆਨੀ ਪੁਰਸ਼ ਆਉਂਦੇ, ਜਿਗਿਆਸੂ ਆਉਂਦੇ ਤੇ ਗਿਆਨਵਾਨ ਬਣ ਕਰਕੇ ਮਹਾਰਾਜ ਉਹਨਾਂ ਨੂੰ ਉਪਦੇਸ਼ ਦੀ ਦਾਤ ਦਿੰਦੇ ਹਨ। ਫਿਰ ਪਿਆਰਿਓ ਜਦੋਂ ਦੁਪਹਿਰ ਦਾ ਸਮਾਂ ਆ ਜਾਂਦਾ, ਸਾਰੇ ਨਗਰ ਦੇ ਬੱਚੇ ਮਹਾਰਾਜ ਜੀ ਦੇ ਕੋਲ ਆ ਜਾਂਦੇ। ਫਿਰ ਸਤਿਗੁਰੂ ਮਹਾਰਾਜ ਇੰਜ ਬ੍ਰਹਮ ਗਿਆਨੀ ਬਣ ਕੇ ਨਹੀਂ ਕਿ ਬ੍ਰਹਮ ਗਿਆਨੀ ਬਣ ਕਰਕੇ ਉਹਨਾਂ ਨੂੰ ਗਿਆਨ ਦੇ ਰਹੇ, ਨਹੀਂ ਪਿਆਰਿਓ, ਫਿਰ ਬੱਚੇ ਆ ਜਾਂਦੇ, ਮਹਾਰਾਜ ਬੱਚਿਆਂ ਦੇ ਨਾਲ ਬੱਚੇ ਬਣ ਕਰਕੇ ਉਹਨਾਂ ਦੇ ਨਾਲ ਖੇਡਾਂ ਖੇਡਦੇ ਹਨ। ਬੱਚਿਆਂ ਨੂੰ ਆਪਣੇ ਕੋਲ ਬਿਠਾ ਕਰਕੇ ਉਹਨਾਂ ਨੂੰ ਚੀਜ਼ੀਆਂ ਦਿੰਦੇ, ਉਹਨਾਂ ਤੋਂ ਪੜ੍ਹਾਈ ਕਰਵਾਉਂਦੇ ਹਨ। ਗੁਰਮੁਖੀ ਅੱਖਰਾਂ ਦਾ ਮਹਾਰਾਜ ਜੀ ਨੇ ਬੋਧ ਕਰਾਉਣਾ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ ਗੁਰਸਿੱਖੀ ਗੁਰਸਿੱਖ ਸੁਣ, ਅੰਦਰੋਂ ਸਿਆਣਾ ਬਾਹਰੋਂ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣਈ ਬੋਲਾ। ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ, ਵਿਣ ਅੰਨਾ ਖੋੜਾ। ਤੇ ਅੱਗੇ ਬਚਨ ਕਰਨਾ ਕੀਤਾ, ਵਾਹਿਗੁਰੂ ਗੁਰ ਸ਼ਬਦ ਲੈ ਪਰਮ ਪਿਆਲਾ ਚੁੱਪ ਚਬੋਲਾ। ਤੇ ਵਾਹਿਗੁਰੂ ਸ਼ਬਦ ਆਪਣੇ ਹਿਰਦੇ ਵਿੱਚ ਧਾਰ ਕੋ ਦੇਖੋ ਜੀ, ਮੈਂ ਬੜਾ ਨਾਮ ਜਪ ਰਿਹਾ, ਮੈਂ ਬੜੀ ਸੇਵਾ ਕਰ ਰਿਹਾ।
ਸਦਾ ਉਹ ਜਾਪ ਕਰਦੇ ਹਨ, ਸਦਾ ਉਹਨਾਂ ਦੀ ਭਾਵਨਾ, ਉਹਨਾਂ ਦੀ ਧਾਰਨਾ ਸਿਮਰਨ ਦੇ ਵਿੱਚ ਹੁੰਦੀ ਹੈ, ਲੇਕਿਨ ਚੁੱਪ ਚਬੋਲਾ, ਇੱਕਦਮ ਚੁੱਪ ਹੋ ਕਰਕੇ, ਮੂੰਹ ਨੂੰ ਬੰਦ ਕਰਕੇ ਰੱਬ ਦੀ ਯਾਦ ਦੇ ਵਿੱਚ ਰਹਿੰਦੇ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਕਿਹਾ ਕਿ ਇਹ ਗਿਆਨੀ ਜਿਹੜੇ ਸਮ ਅਗਿਆਨੀ ਹੁੰਦੇ ਤਾਂ ਗਿਆਨੀ, ਲੇਕਿਨ ਸੰਸਾਰ ਦੇ ਵਿੱਚ ਅਗਿਆਨੀਆਂ ਵਾਂਗੂ ਇਹ ਵਰਤੋਂ ਵਿਹਾਰ ਕਰਦੇ। ਜਾਣਹਿ ਜਗ ਕੋ ਸੁਪਨ ਸਮਾਨੀ, ਜਗਤ ਨੂੰ ਉਹ ਸੁਪਨ ਦੇ ਸਮਾਨ ਜਾਣਦੇ ਹਨ। ਬੰਧਨ ਹੋਤ ਨਹੀਂ ਪੁਨ ਤਾਹੂ, ਇਹੋ ਜਿਹੇ ਮਹਾਂਪੁਰਖ ਜਿਹੜੇ ਪਰਮਹੰਸ ਹੁੰਦੇ, ਉਹਨਾਂ ਨੂੰ ਸੰਸਾਰ ਦਾ ਕੋਈ ਬੰਧਨ ਨਹੀਂ ਲੱਗਦਾ। ਰਹਿ ਸਮਾਏ ਬ੍ਰਹਮ ਕੇ ਮਾਹੂ, ਉਹ ਸਦਾ ਬ੍ਰਹਮ ਦੇ ਵਿੱਚ ਤਦਾਤਮ ਹੋ ਜਾਂਦੇ ਹਨ, ਸਮਾ ਜਾਂਦੇ ਹਨ। ਸੁਨੀ ਸੇਖ ਪਾਰੋ ਹਰ ਖਾਇਓ, ਇਸ ਤਰ੍ਹਾਂ ਮਹਾਰਾਜ ਜੀ ਦੀ ਸਿੱਖਿਆ ਸੁਣ ਕਰਕੇ ਭਾਈ ਪਾਰੋ ਜੁਲਕਾ ਜੀ ਬੜੇ ਪ੍ਰਸੰਨ ਹੋਏ। ਲਗਾ ਵਿਚਾਰਨ ਮਨ ਸੁਖ ਪਾਇਓ, ਜੋ ਮਹਾਰਾਜ ਜੀ ਨੇ ਬਚਨ ਕੀਤਾ ਨਾ ਉਹਦੀ ਵਿਚਾਰ ਕਰਨੀ ਕੀਤੀ, ਸੁੱਖਾਂ ਨੂੰ ਪ੍ਰਾਪਤ ਕਰਨਾ ਕੀਤਾ। ਕੀਤਿਕ ਕਾਲ ਗੁਰ ਅੰਗਦ ਸੇ, ਇਸ ਤਰ੍ਹਾਂ ਬਹੁਤ ਲੰਬਾ ਸਮਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿ ਕਰਕੇ ਸੇਵਾ ਕੀਤੀ। ਪੁਨ ਪੇ ਅਮਰਦਾਸ ਫਿਰ ਗੁਰਦੇਵ, ਕਵੀ ਰਾਜ ਜੀ ਦੱਸਦੇ ਹਨ ਕਿ ਅੱਗੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਪ੍ਰਾਪਤ ਹੋਵੇਗੀ, ਤਿੰਨ ਢੇਗ ਬਨਿਓ ਸੋ ਬ੍ਰਹਮ ਗਿਆਨੀ, ਉਹਨਾਂ ਦੇ ਕੋਲ ਰਹਿ ਕਰਕੇ ਫਿਰ ਬ੍ਰਹਮ ਗਿਆਨ ਦੀ ਦਾਤ ਉਸ ਵੇਲੇ ਇਹਨਾਂ ਨੂੰ ਪ੍ਰਾਪਤ ਹੋਈ ਹੈ। ਆਗੇ ਕਰਹਿ ਕਥਾ ਕਬ ਬਖਾਨੀ, ਹੁਣ ਕਵੀ ਰਾਜ ਜੀ ਵੀ ਦੱਸਦੇ ਕਿ ਭਾਈ ਸਿਰਫ ਜੇ ਬਾਬਾ ਪਾਰੋ ਜੁਲਕਾ ਜੀ ਦਾ ਹੁਣ ਆਪਾਂ ਪ੍ਰਸੰਗ ਛੇੜਨਾ ਕਰੀਏ ਤੇ ਕਥਾ ਵੱਧ ਜਾਵੇਗੀ। ਤੇ ਇਹ ਕਥਾ ਆਪ ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਨਾਲ ਜਦੋਂ ਆਵੇਗੀ, ਉਸ ਵੇਲੇ ਮੈਨੇ ਇਹਦਾ ਵਰਣਨ ਕਰਨਾ ਤੇ ਆਪ ਸੰਗਤਾਂ ਨੇ ਉਸ ਵੇਲੇ ਸਰਵਣ ਕਰਨਾ ਹੈ। ਇੱਕ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਰਾਸੇ ਸ੍ਰੀ ਅੰਗਦ ਜੀ ਸਿੱਖਾਂ ਪ੍ਰਤੀ ਉਪਦੇਸ਼ ਪ੍ਰਸੰਗ ਵਰਣਨੰ ਨਾਮ 11ਵਾਂ ਅੰਸ਼ੂ। ਇੱਥੇ ਪਿਆਰਿਓ 11ਵਾਂ ਅਧਿਆਇ ਦੀ ਸਮਾਪਤੀ ਹੁੰਦੀ ਹੈ ਤੇ ਅਗਲਾ ਅਧਿਆਇ ਉਹਦੀ ਆਰੰਭਤਾ ਹੈ ਜੀ। ਦੋਹਰਾ ਮੱਲੂ ਸ਼ਾਹੀ ਆਏ ਕਰ ਸ੍ਰੀ ਅੰਗਦ ਕੇ ਪਾਸ, ਇਸ ਤਰ੍ਹਾਂ ਹੀ ਪਿਆਰਿਓ ਇੱਕ ਮਹਾਰਾਜ ਜੀ ਦਾ ਅਨੰਨ ਪਿਆਰਾ ਸਿੱਖ ਹੋਇਆ, ਉਹਦਾ ਨਾਮ ਸੀ ਭਾਈ ਮੱਲੂ ਸ਼ਾਹੀ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਆਇਆ। ਕਰ ਬੰਧਨ ਬੈਠਿਓ ਨਿਕਟ ਬਿੰਤੀ ਕੀਨ ਆ ਪ੍ਰਕਾਸ਼, ਕਰਕੇ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਹਨੇ ਬੰਦਨਾ ਕਰਨੀ ਕੀਤੀ, ਬੇਨਤੀ ਕਰਕੇ ਲਾਗੇ ਬੈਠਿਆ। ਚੌਪਈ ਸ੍ਰੀ ਗੁਰੂ ਮੈਂ ਕਾਰਨ ਕਲਿਆਣ, ਕਹਿੰਦਾ ਸਤਿਗੁਰੂ ਮਹਾਰਾਜ ਮੈਂ ਆਪਣਾ ਕਲਿਆਣ, ਆਪਣੇ ਉਧਾਰ ਦੇ ਵਾਸਤੇ ਆਇਓ ਸੁਨ ਤੁਮ ਸੁਜਸ ਮਹਾ, ਤੁਹਾਡਾ ਬਹੁਤ ਜ਼ਿਆਦਾ ਸੁਜਸ ਸਰਵਣ ਕਰਨਾ ਕੀਤਾ, ਤਾਂ ਕਰਕੇ ਮਹਾਰਾਜ ਮੈਂ ਆਪ ਜੀ ਕੋਲ ਚੱਲ ਕੇ ਆਇਆ ਹਾਂ। ਕੀਜਹ ਅਬ ਆਪਣੋ ਉਪਦੇਸ਼, ਹੁਣ ਕਿਰਪਾ ਕਰੋ ਮਹਾਰਾਜ ਮੈਨੂੰ ਆਪਣਾ ਉਪਦੇਸ਼ ਦੀ ਦਾਤ ਦਿਓ, ਜਿਸ ਤੇ ਬਿਨਸਹਿ ਸਕਲ ਕਲੇ, ਜਿਸ ਕਰਕੇ ਮੇਰੇ ਸਾਰੇ ਇਹ ਕਲੇਸ਼ ਜੋ ਹਨ ਤਨ ਦੇ ਮਨ ਦੇ ਇਹ ਸਭ ਖਤਮ ਹੋ ਜਾਣ। ਕਰਤ ਚਾਕਰੀ ਮੁਗਲਨ ਕੇਰੀ, ਨਾਲ ਭਾਈ ਮੱਲੂ ਸ਼ਾਹੀ ਨੇ ਕਿਹਾ ਮਹਾਰਾਜ ਮੈਂ ਮੁਗਲਾਂ ਦੇ ਕੋਲ ਨੌਕਰੀ ਕਰਦਾ, ਚਾਕਰੀ ਕਰਦਾ ਹਾਂ। ਕਰਉ ਜੀਵਕਾ ਤਹਾਂ ਕਨੇਰੀ, ਉੱਥੇ ਚਾਕਰੀ ਕਰਕੇ ਮੈਂ ਆਪਣੀ ਉਪਜੀਵਕਾ ਕਮਾਉਂਦਾ ਹਾਂ, ਇਹਦੇ ਨਾਲ ਮੇਰਾ ਪਰਿਵਾਰ ਦਾ ਲਾਲਨ ਪਾਲਨ ਹੁੰਦਾ। ਹਲਤ ਪਲਤ ਮੁਖ ਊਜਲ ਰਹਿ, ਲੇਕਿਨ ਮੇਰੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸਿਰਫ ਇਹ ਨੌਕਰੀ ਚਾਕਰੀ ਦੇ ਵਿੱਚ ਮੈਂ ਲੱਗਿਆ ਰਵਾਂਗਾ ਤੇ ਇੱਥੇ ਵੀ ਮੂੰਹ ਕਾਲਾ ਤੇ ਦਰਗਾਹ ਦੇ ਵਿੱਚ। ਇਸ ਕਰਕੇ ਮਹਾਰਾਜ ਆਪ ਜੀ ਮੈਨੂੰ ਕੋਈ ਉਪਦੇਸ਼ ਦੇਣਾ ਕਰੋ, ਜਿਸ ਕਰਕੇ ਲੋਕ ਤੇ ਪਰਲੋਕ ਦੇ ਵਿੱਚ ਮੇਰਾ ਮੁਖ ਉਜਲਾ ਹੋ ਜਾਵੇ। ਅਸ ਕਰਨੀ ਕੋ ਮਮ ਚਿਤ ਚਹਿ, ਇਹੋ ਜੀ ਕੋਈ ਕਰਨੀ ਜਿਹੜੀ ਹੈ, ਇਹੋ ਜੀ ਕੋਈ ਕਿਰਤ, ਉਹਨੂੰ ਕਰਨ ਦੇ ਵਾਸਤੇ ਮੇਰਾ ਮਨ ਬੜਾ ਲਲਚਾਉਂਦਾ। ਸੁਨ ਕਰ ਸ਼ਰਧਾ ਪਿਖ ਕਰ ਭਾਰੇ, ਸਤਿਗੁਰੂ ਮਹਾਰਾਜ ਜੀ ਨੇ ਇਹਦਾ ਬਚਨ ਸੁਣ ਕਰਕੇ ਉਹਦੀ ਸ਼ਰਧਾ ਭਾਵਨਾ ਨੂੰ ਵੇਖ ਕਰਕੇ ਸ੍ਰੀ ਅੰਗਦ ਗੁਰਬਾਕ ਉਚਾਰੇ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਆਪਣੇ ਸ੍ਰੀ ਮੁਖਾਰ ਬਿੰਦ ਤੋਂ ਬਾਗ ਬਚਨ ਉਚਾਰਨ ਕੀਤੇ। ਭਾਈ ਮਦਾ ਨਿਰਧਾਰ, ਆ ਦੇਹੀ ਜਿਹੜੀ ਹੈ ਇਹ ਅਨਿਤ ਹੈ, ਇਹ ਨਿਤ ਨਹੀਂ ਰਹਿਣ ਵਾਲੀ ਹੈ, ਸਭ ਤੋਂ ਪਹਿਲੇ ਇਹਦੀ ਵਿਚਾਰ ਕਰਨਾ ਕਰ। ਸੂ ਤੋ ਮ੍ਰਿਤਕ ਜਾਨ ਹੀ ਲੀਜੈ, ਇਹਨੂੰ ਤਾਂ ਬਸ ਮਰਿਆ ਤੂੰ ਜਾਣਨਾ ਕਰ, ਜਾਣ ਲੈ ਕੇ ਭਾਈ ਸਰੀਰ ਅੱਜ ਹੈ ਤੇ ਕੱਲ ਨਹੀਂ ਹੈ। ਇਸ ਹਿਤ ਚਿਤ ਨਹਿ ਸੰਸਾ ਕੀ, ਇਹਦੇ ਵਾਸਤੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਕਰਨਾ ਕਰ, ਕਿਉਂਕਿ ਆਪਾਂ ਪਿਆਰਿਓ
ਕੀ ਕਰਦੇ ਆ ਕਿ ਜੋ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਮਹਾਰਾਜ ਜੀ ਨੇ ਕਿਹਾ ਨਾ ਕਿ ਫਰੀਦਾ ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਣਿਓ ਹੈ, ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀਣੀਓ ਹੈ। ਕਿ ਆਪਾਂ ਨੂੰ ਇਹੀ ਲੱਗਦਾ ਕਿ ਇਹਨੇ ਮਰ ਜਾਣਾ ਉਹਨੇ ਮਰ ਜਾਣਾ, ਲੇਕਿਨ ਮੈਨੇ ਨਹੀਂ ਮਰਨਾ। ਮਹਾਰਾਜ ਜੀ ਨੇ ਕਿਹਾ ਤੂੰ ਵੀ ਇੱਕ ਦਿਨ ਸੰਸਾਰ ਦੇ ਵਿੱਚੋਂ ਕੂਚ ਕਰਕੇ ਚੱਲ ਜਾਵੇਗਾ। ਆਤਮ ਸਦਾ ਸਾਚ ਹੀ ਜਾਨੂ, ਸਦਾ ਆਤਮਾ ਜੋ ਹੈ ਉਹਨੂੰ ਸੱਚ ਕਰਕੇ ਜਾਣਨਾ ਕਰ। ਕਿਸ ਕੋ ਮਾਰਿਓ ਮਰਹਿ ਨਾ ਮਾਨੋ, ਉਹਨੂੰ ਜਿੰਨਾ ਮਰਜੀ ਕੋਈ ਮਾਰਨ ਦਾ ਯਤਨ ਕਰਨਾ ਕਰੇ, ਆਤਮਾ ਨੂੰ ਕੋਈ ਨਹੀਂ ਮਾਰ ਸਕਦਾ। ਪਾਵਕ ਦਾਹ ਕਰਤ ਨਹੀਂ ਤਿਸੈ, ਤੇ ਜਦੋਂ ਇਨਸਾਨ ਮਰ ਜਾਂਦਾ ਤੇ ਆਪਾਂ ਪਿਆਰਿਓ ਸਰੀਰ ਦਾ ਦਾਹ ਸੰਸਕਾਰ ਕਰ ਦਿੰਦੇ ਆ, ਇਹਦੇ ਨਾਲ ਸਰੀਰ ਜਲ ਜਾਂਦਾ ਲੇਕਿਨ ਆਤਮਾ ਨਹੀਂ ਜਲਦੀ ਹੈ। ਜਲ ਨ ਡੁਬਾਏ ਸਕਹਿ ਨਿਜ ਬਿਸੈ, ਇਹਨੂੰ ਫਿਰ ਜਲ ਵੀ ਜਿਹੜਾ ਹੈ ਨੀਰ ਨਾ ਸਾਕਸ ਬੋਰ, ਪਾਣੀ ਵੀ ਇਹਨੂੰ ਨਹੀਂ ਡੁਬਾ ਸਕਦਾ। ਸ਼ਸਤਰਨ ਤੇ ਨਹਿ ਛੇਦਿਓ ਜਾਏ, ਸ਼ਸਤਰਾਂ ਦੇ ਨਾਲ ਇਹਨੂੰ ਛੇਦਿਆ ਨਹੀਂ ਜਾ ਸਕਦਾ। ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਨਾ ਕਿ ਨਾ ਹਮ ਦਹਤੀ ਪਾਵਕਾ ਨਾ ਨੈਨਮ ਛੇਦੰਤੀ ਸ਼ਤਰਾਣੀ, ਨਾ ਹਮ ਦਹਤੀ ਪਾਵਕਾ, ਭਾਵ ਕਿ ਮੈਨੂੰ ਕੋਈ ਸ਼ਸਤਰ ਕੱਟ ਨਹੀਂ ਸਕਦੇ ਹਨ, ਨਾ ਮੈਨੂੰ ਅੱਗ ਦੇ ਵਿੱਚ ਕੋਈ ਸਾੜ ਸਕਦਾ। ਇਹ ਗੱਲ ਪਿਆਰਿਓ ਸਰੀਰ ਦੀ ਨਹੀਂ ਚੱਲ ਰਹੀ, ਆਤਮਾ ਦੇ ਵਿੱਚ ਤਦਾਤਮ ਹੋ ਕਰਕੇ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਜਿੰਨਾ ਮਰਜੀ ਸ਼ਸਤਰ ਚਲਾਉਣਾ ਕਰੋ ਮੈਨੂੰ ਕੋਈ ਕੱਟ ਨਹੀਂ ਸਕਦਾ। ਲੇਕਿਨ ਵੇਖਿਆ ਜਾਵੇ ਤਾਂ ਪਿਆਰਿਓ ਉਹ ਫੰਦਕ ਨੇ ਤੀਰ ਚਲਾਇਆ ਤੇ ਤੀਰ ਤਾਂ ਉਹਨਾਂ ਦੇ ਪੈਰ ਨੂੰ ਵੱਜ ਗਿਆ ਸੀ, ਤੇ ਜਦੋਂ ਗੁਜ਼ਰ ਗਏ ਮਰ ਗਏ ਸਰੀਰ ਦਾ ਤਿਆਗ ਕਰ ਦਿੱਤਾ, ਸਰੀਰ ਨੂੰ ਵੀ ਸਾੜ ਦਿੱਤਾ ਤੇ ਗੱਲ ਤਾਂ ਝੂਠੀ ਹੋ ਗਈ। ਲੇਕਿਨ ਪਿਆਰਿਓ ਸਰੀਰ ਦੀ ਗੱਲ ਨਹੀਂ ਕਰ ਰਹੇ ਸਨ ਕ੍ਰਿਸ਼ਨ ਭਗਵਾਨ। ਉਹਨਾਂ ਨੇ ਕਿਹਾ ਮੇਰੀ ਆਤਮਾ ਨੂੰ ਕੋਈ ਕੱਟ ਨਹੀਂ ਸਕਦਾ ਤੇ ਨਾ ਹੀ ਉਹਨੂੰ ਕੋਈ ਸਾੜ ਸਕਦਾ, ਨਾ ਹੀ ਉਹਨੂੰ ਪਾਣੀ ਦੇ ਵਿੱਚ ਕੋਈ ਡੁਬਾ ਸਕਦਾ। ਮਹਾਰਾਜ ਜੀ ਨੇ ਕਿਹਾ ਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਥ ਸਾਥ ਸਮਾਰੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ ਗੁਰ ਕਾ ਸ਼ਬਦ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੈ। ਭਾਵ ਕਿ ਜੋ ਗੁਰੂ ਕਾ ਸ਼ਬਦ ਵੀ ਜੇ ਹਿਰਦੇ ਵਿੱਚ ਵਸ ਜਾਵੇ ਉਹਨੂੰ ਕੋਈ ਡੁਬਾ ਨਹੀਂ ਸਕਦਾ, ਕੋਈ ਚੋਰ ਚੁਰਾ ਕੇ ਨਹੀਂ ਲੈ ਕੇ ਜਾ ਸਕਦਾ, ਅੱਗ ਉਹਨੂੰ ਸਾੜ ਨਹੀਂ ਸਕਦੀ ਹੈ। ਜਿਸ ਕੋ ਪੌਣ ਨਾ ਸਕਹਿ ਡੁਲਾਏ, ਜਿਹਨੂੰ ਪੌਣ ਵੀ ਹਵਾ ਵੀ ਡੁਲਾ ਨਹੀਂ ਸਕਦੀ। ਕਾਲ ਵਿਨਾਸ਼ਕ ਸਭਨ ਬਿਸਾਲਾ, ਤੇ ਕਾਲ ਜਿਹੜਾ ਹੈ, ਕਾਲ ਦਾ ਮਤਲਬ ਸਮਾਂ, ਭਾਵ ਕਿ ਮੌਤ ਨੂੰ ਵੀ ਕਾਲ ਕਿਹਾ ਜਾਂਦਾ। ਮਹਾਰਾਜ ਨੇ ਕਿਹਾ ਨਾ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੀਵ ਅਵਤਰਾ, ਇਹ ਸਾਰਾ ਕਾਲ ਦਾ ਤਮਾਸ਼ਾ ਹੈ। ਆਤਮ ਇਹ ਕਾਲ ਕੋ ਕਾਲਾ, ਲੇਕਿਨ ਆਤਮਾ ਜੋ ਹੈ ਉਹ ਕਾਲ ਦਾ ਵੀ ਕਾਲ ਹੈ, ਭਾਵ ਕਿ ਕਾਲਨ ਕੋ ਕਾਲ, ਮਹਾਕਾਲ ਹੂੰ ਕੋ ਮਹਾਕਾਲ, ਕਾਲ ਦਾ ਵੀ ਪਿਆਰਿਓ ਉਹ ਕਾਲ ਬਣ ਜਾਂਦਾ। ਬੇਸ਼ੱਕ ਸਾਰੇ ਕਾਲ ਵਿੱਚ ਸਮਾ ਜਾਂਦੇ ਹਨ, ਲੇਕਿਨ ਏਕ ਹੀ ਕਾਲ ਅਵਰ ਸੋ ਕਾਲ, ਸਭ ਹੈ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ। ਸਾਰਾ ਸੰਸਾਰ ਕਾਲ ਦੇ ਵਸ ਹੈ। ਇੱਕ ਅਕਾਲ ਪੁਰਖ ਉਹ ਕਾਲ ਵਿੱਚ ਵਸ ਨਹੀਂ ਆਉਂਦਾ, ਤੇ ਅਕਾਲ ਪੁਰਖ ਕਾਲ ਨੂੰ ਵੀ ਖਾ ਜਾਂਦਾ, ਖਤਮ ਕਰ ਸਕਦਾ। ਜਗ ਕੋ ਲਖ ਕੈ ਸੁਪਨ ਸਮਾਨੈ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਜਿਹੜਾ ਸੰਸਾਰ ਜਿਹੜਾ ਹੈ ਸਭ ਸੁਪਨ ਸਮਾਨੋ, ਇਹਨੂੰ ਸੁਪਨੇ ਦੇ ਨਿਆਈ ਤੂੰ ਵੇਖਣਾ ਕਰ। ਵਰਨ ਆਸ਼ਰਮ ਕਿਰਿਆ ਸੁਠਾਨੈ, ਤੇ ਜੋ ਵਰਨ ਆਸ਼ਰਮ ਦੇ ਵਿੱਚ ਰਹਿ ਕਰਕੇ ਜੋ ਬੰਦੇ ਕਿਰਿਆ ਕਰਦੇ ਹਨ, ਆਪਣੀ ਉਪਜੀਵਕਾ ਕਮਾਉਂਦੇ ਹਨ, ਚਾਰ ਵਰਨ ਹਨ, ਇਹਦੇ ਵਿੱਚ ਰਹਿ ਕਰਕੇ ਜੋ ਆਪਾਂ ਕਿਰਿਆ ਕਰਦੇ ਹਾਂ। ਬ੍ਰਹਮ ਗਿਆਨ ਕੋ ਨਿਤ ਅਭਿਆਸ, ਲੇਕਿਨ ਸਦਾ ਜੀਵ ਨੂੰ ਆਪਣੇ ਵਰਨ ਤੇ ਆਸ਼ਰਮ ਦੇ ਅਨੁਸਾਰ ਕਿਰਤ ਕਰਨਾ ਚਾਹੀਦਾ। ਜੋ ਵੀ ਇਹਦਾ ਭਾਵ ਹੈ ਕਿ ਜੋ ਵੀ ਆਪਾਂ ਨੂੰ ਕਿਰਤ ਦੀ ਪ੍ਰਾਪਤੀ ਹੁੰਦੀ ਹੈ, ਜੋ ਵੀ ਆਪਾਂ ਕਿਰਤ ਕਰਦੇ ਆ, ਉਹ ਕਿਰਤ ਪਿਆਰਿਓ ਬਖੂਬੀ ਸਾਨੂੰ ਕਰਨਾ ਚਾਹੀਦਾ ਹੈ। ਕਿਰਤ ਕਦੇ ਮਾੜੀ ਨਹੀਂ ਹੁੰਦੀ ਹੈ, ਭਾਵ ਕਿ ਜੋ ਆਪਾਂ ਕਿਰਤ ਕਰਦੇ ਆ, ਕੋਈ ਪਿਆਰਿਓ ਫੌਜੀ ਦੀ ਕਿਰਤ ਕਰਦਾ, ਕੋਈ ਪੁਲਿਸ ਦੀ ਕਿਰਤ ਕਰਦਾ, ਕੋਈ ਗੁਰੂ ਘਰ ਦੇ ਵਿੱਚ ਨੌਕਰੀ ਕਰਦਾ ਹੈ, ਕੋਈ ਕਿਹਦੇ ਕੋਲ ਜਾ ਕਰਕੇ ਚਾਕਰੀ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ, ਕੋਈ ਪਿਆਰਿਓ ਫਿਰ ਤਰ੍ਹਾਂ ਤਰ੍ਹਾਂ ਦੇ ਕੰਮ, ਲੋਕਾਂ ਦੀ ਸੇਵਾ ਕਰਨੀ ਹੈ ਤੇ ਇਤਿਆਦਿਕ ਉਹ ਕਰਮ ਕਰਦੇ ਹਨ।
ਬੇਸ਼ੱਕ ਬੰਦਾ ਜੋ ਮਰਜੀ ਕਿਰਤ ਕਰਨਾ ਕਰੇ, ਜੋ ਮਰਜੀ ਆਸ਼ਰਮ ਦੇ ਵਿੱਚ, ਭਾਵੇਂ ਉਹ ਬ੍ਰਹਮਚਰੀਆ ਆਸ਼ਰਮ ਵਿੱਚ ਹੋਵੇ, ਗ੍ਰਸਤੀ ਹੋਵੇ, ਬਾਣਪ੍ਰਸਤੀ ਹੋਵੇ, ਬ੍ਰਹਮ ਜਾਂ ਉਹ ਸੰਨਿਆਸੀ ਹੋਵੇ, ਮਹਾਰਾਜ ਜੀ ਨੇ ਕਿਹਾ ਜੋ ਮਰਜੀ ਕਰਮ ਕਰਨਾ ਕਰੋ, ਲੇਕਿਨ ਨਿਤ ਬ੍ਰਹਮ ਗਿਆਨ ਦਾ ਅਭਿਆਸ ਜਿਹੜਾ ਨਹੀਂ ਛੱਡਣਾ ਚਾਹੀਦਾ। ਭਾਵ ਕਿ ਬ੍ਰਹਮ ਗਿਆਨ ਦਾ ਕੀ ਅਭਿਆਸ ਹੈ? ਆਪਾਂ ਪਿਆਰਿਓ ਜਦੋਂ ਸਿਮਰਨ ਕਰਦੇ ਆ, ਇਹੀ ਤਾਂ ਬ੍ਰਹਮ ਗਿਆਨ ਦਾ ਅਭਿਆਸ ਹੈ। ਆਪਾਂ ਨਿਤਨੇਮ ਕਰਦੇ ਆ, ਇਹ ਵੀ ਬ੍ਰਹਮ ਗਿਆਨ ਦਾ ਅਭਿਆਸ ਹੈ। ਆਪਾਂ ਪਿਆਰਿਓ ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਕਰਦੇ ਆ, ਇਹ ਬ੍ਰਹਮ ਗਿਆਨ ਦਾ ਅਭਿਆਸ ਹੈ। ਭਾਵੇਂ ਆਪਣੀ ਉਪਜੀਵਕਾ ਵਾਸਤੇ ਜੋ ਮਰਜੀ ਖਿੱਤਾ ਹੈ, ਜੋ ਮਰਜੀ ਕਰਮ ਕਰਨਾ ਕਰੋ, ਲੇਕਿਨ ਨਿਤ ਬ੍ਰਹਮ ਗਿਆਨ ਦਾ ਨਾਲ ਅਭਿਆਸ ਕਰਨਾ ਚਾਹੀਦਾ। ਭਾਵ ਕਿ ਪਰਮਾਰਥ ਦੇ ਵਾਸਤੇ ਸਮਾਂ ਕੱਢਣਾ ਚਾਹੀਦਾ ਹੈ। ਤਨ ਹੰਤਾ ਲਖ ਝੂਠ ਬਿਨਾਸ਼ ਹੈ। ਆ ਜਿਹੜੀ ਤਨ ਹੰਤਾ ਅਹੰਕਾਰ ਜਿਹੜਾ, ਇਹ ਤਾਂ ਝੂਠਾ ਹੈ ਤੇ ਇੱਕ ਦਿਨ ਇਹਨੇ ਨਾਸ਼ ਹੋ ਜਾਣਾ। ਜਦੋਂ ਤਾਨੀ ਨਹੀਂ ਰਹਿਣਾ ਤੇ ਤਨ ਹੰਤਾ ਕਿੱਥੇ ਰਹਿ ਸਕਦੀ ਹੈ? ਇਮ ਹੀ ਕ੍ਰਿਸ਼ਨ ਕੀਨ ਉਪਦੇਸ਼। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਸ ਤਰ੍ਹਾਂ ਹੀ ਕ੍ਰਿਸ਼ਨ ਭਗਵਾਨ ਜੀ ਨੇ ਤੇ ਅਰਜੁਨ ਨੂੰ ਉਪਦੇਸ਼ ਦਿੱਤਾ ਗੀਤਾ ਦੇ ਵਿੱਚ। ਅਰਜੁਨ ਧਾਰਿਓ ਹਿਰਦੇ ਵਿਸ਼ੇਸ਼। ਅਰਜੁਨ ਜਿਹੜਾ ਹੈ ਇਹ ਵਿਸ਼ੇਸ਼ ਕਰਕੇ ਉਹ ਉਪਦੇਸ਼ ਨੂੰ ਉਹਨੇ ਹਿਰਦੇ ਵਿੱਚ ਧਾਰਨ ਕਰਨਾ ਕੀਤਾ। ਵਰਨ ਧਰਮ ਰਣ ਕਰਹੁ ਮਹਾਨੇ। ਤੇ ਫਿਰ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਸੀ ਨਾ, ਕਿਉਂਕਿ ਅਰਜੁਨ ਨੇ ਪਿਆਰਿਓ ਬਹੁਤ ਵੱਡੀ ਕਥਾ ਹੈ ਮਹਾਭਾਰਤ ਦੀ। ਜਦੋਂ ਮਹਾਭਾਰਤ ਦਾ ਜੰਗ ਲੱਗ ਗਿਆ, ਜਦੋਂ ਦੋਵੇਂ ਫੌਜਾਂ ਜਿਹੜੀਆਂ ਹਨ, ਕੌਰਵਾਂ ਦੀ ਫੌਜ ਤੇ ਪਾਂਡਵਾਂ ਦੀ ਫੌਜ ਇੱਕਦਮ ਆਮਣੇ ਸਾਹਮਣੇ ਖੜੋਤੀਆਂ ਹੋਈਆਂ ਸਨ, ਤੇ ਅਰਜੁਨ ਨੇ ਵੇਖਿਆ ਕਿ ਮੇਰੇ ਅੱਗੇ ਜੋ ਦੁਸ਼ਮਣ ਨਜ਼ਰ ਆ ਰਹੇ, ਇਹ ਤਾਂ ਦੁਸ਼ਮਣ ਨਹੀਂ, ਮੇਰੇ ਆਪਣੇ ਹਨ। ਇਹ ਹੀ ਤਾਂ ਮੇਰੇ ਕੋਈ ਚਾਚਾ ਦਾ, ਕੋਈ ਮਾਸੀ ਦਾ, ਕੋਈ ਤਾਏ ਦਾ, ਕੋਈ ਭੂਆ ਦਾ ਲੜਕਾ, ਸਾਰੇ ਮੇਰੇ ਰਿਸ਼ਤੇਦਾਰ, ਇਹ ਮੇਰੇ ਦੁਸ਼ਮਣ ਥੋੜੀ ਹੋ ਸਕਦੇ। ਮੈਂ ਕਿਹਨੂੰ ਮਾਰਨਾ ਕਰਾਂ? ਇਹ ਤਾਂ ਆਪਣੇ। ਉਸ ਵੇਲੇ ਉਹਨੇ ਪਿਆਰਿਓ ਆਪਣਾ ਗਾਂਡੀਵ ਜਿਹੜਾ ਹੈ ਧਰਤੀ ਤੇ ਰੱਖ ਦਿੱਤਾ ਤੇ ਕਿਹਾ, ਕ੍ਰਿਸ਼ਨ ਭਗਵਾਨ ਮੈਂ ਜੰਗ ਨਹੀਂ ਕਰ ਸਕਦਾ, ਮੈਨੂੰ ਕੁਛ ਨਹੀਂ ਚਾਹੀਦਾ, 5 ਪਿੰਡ ਵੀ ਨਹੀਂ ਚਾਹੀਦੇ ਹਨ, ਇਹਨੂੰ ਦੇ ਦਿਓ। ਮੈਂ ਕਿਹਦੇ ਨਾਲ ਝਗੜਾ ਕਰਾਂ, ਕਿਹਦੇ ਨਾਲ ਜੰਗ ਕਰਨਾ ਕਰਾਂ? ਇਹ ਤਾਂ ਸਾਰੇ ਆਪਣੇ ਹਨ। ਉਸ ਵੇਲੇ ਪਿਆਰਿਓ ਕ੍ਰਿਸ਼ਨ ਭਗਵਾਨ ਨੇ ਤੇ ਫਿਰ ਅਰਜੁਨ ਨੂੰ ਪਾਸੇ ਲੈ ਕਰਕੇ ਗਏ। ਅੱਜ ਵੀ ਪਿਆਰਿਓ ਜਦੋਂ ਕੁਰੂਕਸ਼ੇਤਰ ਦਾ ਉਹ ਮੁਕਾਮ ਆਪਾਂ ਤੱਕਦੇ ਆ, ਤੇ ਉੱਥੇ ਇੱਕ ਪਿੱਪਲ ਦਾ ਬਹੁਤ ਵੱਡਾ ਦਰਖਤ ਹੈ, ਜਿੱਥੇ ਗੀਤਾ ਦਾ ਉਚਾਰਨ ਕਰਨਾ ਕੀਤਾ ਸੀ ਕ੍ਰਿਸ਼ਨ ਭਗਵਾਨ ਨੇ। ਕੋਈ ਉਚੇਚਾ ਪਿਆਰਿਓ ਮੰਦਰ ਨਹੀਂ ਹੈ, ਉਹ ਦਰਖਤੀ ਪਿਆਰਿਓ ਨਿਸ਼ਾਨੀ ਹੈ। ਤੇ ਫਿਰ ਉਹ ਦਰਖਤ ਜਿਹੜਾ ਹੈ ਪਿੱਪਲ ਦਾ, ਉਹ ਤਾਂ ਕਈ ਵਾਰੀ ਪਿਆਰਿਓ ਸਮਾਂ ਪਾ ਕਰਕੇ ਚੱਲ ਗਿਆ। ਫਿਰ ਉਹਦਾ ਹੀ ਬੀਜ ਜਿਹੜਾ ਹੈ, ਉਹ ਬੀਜ ਦੇ ਨਾਲ ਫਿਰ ਉੱਥੇ ਦਰਖਤ ਉਹਨਾਂ ਨੇ ਲਾਉਣਾ ਕੀਤਾ। ਇਸ ਤਰ੍ਹਾਂ ਉਹ ਦਰਖਤ ਦੀ ਪੂਜਾ ਹੁੰਦੀ ਹੈ ਕਿ ਭਾਈ ਇੱਥੇ ਜੀਵੰਤ ਦਰਖਤ ਹੈ ਤੇ ਇਹਦੇ ਹੇਠ ਕ੍ਰਿਸ਼ਨ ਭਗਵਾਨ ਜੀ ਨੇ ਗੀਤਾ ਦਾ ਉਚਾਰਨ ਕੀਤਾ ਹੈ। ਤੇ ਕ੍ਰਿਸ਼ਨ ਜੀ ਨੇ ਇਹੀ ਤਾਂ ਕਿਹਾ ਕਿ ਅਰਜੁਨ ਤੇਰਾ ਧਰਮ ਛਤਰੀਆਂ ਦਾ ਹੈ, ਛਤਰੀਆਂ ਦਾ ਧਰਮ ਹੁੰਦਾ। ਮਹਾਰਾਜ ਜੀ ਨੇ ਕਿਹਾ ਨਾ ਕਿ ਛਤਰੀ ਕੋ ਪੂਤ ਹੋ ਬਾਮਨ ਕੋ ਨਹਿ, ਕਹਿ ਤਬ ਆਵਤ ਹੋ ਜੋ ਕਰੋ और जंजार जितो ग्रह को तो त्याग कहाँ चित्ता में धरो, अब रीच कह देहो वह हमको जो हों बेनती कर जोर करो, जब आव की औद निदान बने अत ही रण में कर। ਇਹ ਨਾ ਵੇਖ ਮੈਂ ਕਿਹਦੇ ਨਾਲ ਜੰਗ ਕਰ ਰਿਹਾ, ਇਹ ਤਾਂ ਆਪਣਾ ਧਰਮ ਤੂੰ ਨਿਭਾਉਣਾ ਕਰ। ਜਿਹੜਾ ਵੀ ਸ਼ਾਸਤਰ ਲੈ ਕਰਕੇ ਅੱਗੇ ਆ ਜਾਵੇ ਉਹ ਫਿਰ ਵੈਰੀ ਬਣ ਜਾਂਦਾ, ਉਹਦਾ ਫਿਰ ਲਿਹਾਜ਼ ਨਹੀਂ ਕਰਨਾ, ਉਹਦੇ ਨਾਲ ਤਾਂ ਜੰਗ ਹੀ ਕਰਨੀ ਚਾਹੀਦੀ ਹੈ। ਆਤਮ ਸਾਚ ਕੂੜ ਤਨ ਜਾਣੇ, ਕਿਉਂਕਿ ਆਤਮਾ ਸੱਚ ਹੈ ਤੇ ਤਨ ਤਾਂ ਝੂਠਾ ਹੈ। ਦੀਜਹਿ ਦਾਨ ਸੋ ਕਰਮ ਕਰੀਜਹਿ, ਤੇ ਫਿਰ ਤੂੰ ਦਾਨ ਦੇ। ਤੇ ਜਿਹੜੇ ਛਤਰੀਆਂ ਦਾ ਇਹ ਹੁੰਦਾ ਕਿ ਉਹ ਦਾਨ ਦਿੰਦੇ ਤੇ ਸ੍ਰੇਸ਼ਟ ਕਰਮ ਕਰਦੇ ਹਨ। ਤਨ ਬਿਨਸਨ ਨਹਿ ਸੰਸਾ ਕੀਜੈ, ਜੇ ਜੰਗ ਕਰਦਿਆਂ ਤਨ ਜੇ ਨਾਸ਼ ਵੀ ਹੋ ਜਾਵੇ ਤੇ ਇਹਦੇ ਵਿੱਚ ਉਹ ਸ਼ੰਕਾ ਨਹੀਂ ਕਰਦੇ। ਦੇਸ਼ ਕਾਲ ਵਸਤੂ ਮਿਲਤੀ, ਕਿਉਂਕਿ ਕੋਈ ਇਹਨੂੰ ਮਾਰ ਨਹੀਂ ਸਕਦਾ ਜਦੋਂ ਤੱਕ ਇਹ ਤਿੰਨਾਂ ਦਾ ਮੇਲ ਨਾ ਹੋਵੇ, ਦੇਸ਼ ਕਾਲ ਤੇ ਵਸਤੂ। ਤਬ ਹੋਏ ਕਾਇਆ ਪ੍ਰਾਨ ਬਿਹੀ, ਤਾਂ ਜਾ ਕਰਕੇ ਕਾਇਆ ਪ੍ਰਾਣ ਦਾ ਨਾਸ਼ ਹੁੰਦਾ। ਜੇ ਇਹਨਾਂ ਤਿੰਨਾਂ ਦੇ ਵਿੱਚੋਂ ਪਿਆਰਿਓ ਇੱਕ ਚੀਜ਼ ਦੀ ਵੀ ਜੇ ਗੈਰ ਹਾਜ਼ਰੀ ਪੈ ਜਾਵੇ ਤੇ ਬੰਦੇ ਨੂੰ ਭਾਵੇਂ ਜੋ ਮਰਜ਼ੀ ਯਤਨ ਕਰਨਾ ਕਰੋ, ਕੋਈ ਨਹੀਂ ਮਾਰ ਸਕਦਾ। ਆਪਾਂ ਕਈ ਵਾਰੀ ਵੇਖਦੇ ਹਾਂ ਕਿ ਇਹਨੂੰ ਹਲਕਾ ਜਿਹਾ ਧੱਕਾ ਵੱਜ ਜਾਂਦਾ, ਮਰ ਜਾਂਦੇ।
ਕਈ ਵਾਰੀ ਡਾਕਟਰ ਦੇ ਇਹਨਾਂ ਨੂੰ ਜਵਾਬ ਦੇ ਦਿੰਦੇ ਕਿ ਭਾਈ ਇਹ ਬਚ ਨਹੀਂ ਸਕਦਾ, ਇਹ ਤਾਂ ਮਰ ਜਾਣਾ ਜੀ, ਇਹਨੂੰ ਲੈ ਕੇ ਚੱਲ ਜਾ, ਉਹ ਬਚ ਕੇ ਆ ਜਾਂਦੇ। ਕਹਿਣ ਦਾ ਭਾਵ ਕਿ ਭਾਈ ਜਦੋਂ ਤੱਕ ਇਹ ਤਿੰਨ ਵਸਤੂਆਂ ਨਹੀਂ ਮਿਲਦੀਆਂ ਉਦੋਂ ਤੱਕ ਬੰਦੇ ਨੂੰ, ਜੀਵ ਨੂੰ ਕੋਈ ਨਹੀਂ ਮਾਰ ਸਕਦਾ। ਪੂਰਨ ਬੈ ਕੋ ਸਮਾਂ ਸੋ ਆਵੇ, ਜਦੋਂ ਬੈ ਉਮਰ ਦਾ ਸਮਾਂ ਜਦੋਂ ਆ ਜਾਵੇ, ਜਦੋਂ ਪੂਰਾ ਹੋ ਜਾਂਦਾ, ਜਬ ਆਵ ਕੀ ਔਦ ਨਿਧਾਨ ਬਣੈ, ਜਦੋਂ ਸਮਾਂ ਆ ਕਰਕੇ ਹੀ ਬਣਦਾ ਹੈ ਤਾਂ ਹੀ ਬੰਦੇ ਦੀ ਮੌਤ ਹੁੰਦੀ ਹੈ। ਜਿਸ ਥਲ ਦੇਹ ਗਿਰਹਿ ਸੋ ਪਾਵਹਿ, ਜਿਸ ਥਲ ਦੇ ਵਿੱਚ ਦੇਹੀ ਨੇ ਗਿਰਨਾ ਹੈ ਉਹ ਅਸਥਾਨ ਜੇ ਆ ਜਾਵੇ, ਇਹਨੂੰ ਦੇਸ਼ ਬੋਲਦੇ ਹਨ। ਇਹਦੀ ਵਿਆਖਿਆ ਮਹਾਰਾਜ ਜੀ ਨੇ ਕਰਨੀ ਤੇ ਉਹ ਲੰਬੀ ਹੈ। ਅੱਜ ਤਾਂ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ। ਕੱਲ ਦੇ ਦੀਵਾਨ ਦੇ ਵਿੱਚ ਦੇਸ਼ ਕਾਲ ਵਸਤੂ ਇਸ ਬਾਬਤ ਮਹਾਰਾਜ ਜੀ ਕੀ ਸਾਨੂੰ ਉਪਦੇਸ਼ ਦਿੰਦੇ ਹਨ, ਉਹਦੀ ਵਿਚਾਰ ਆਪਾਂ ਨੇ ਸਰਵਣ ਕਰਨੀ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, हे गोबिंद हे गुण निधान, जाके सदा विवेक, हे अपरंपर हर हरे है पी होवनहार, हे संतां कै सदा संग निधार आधार, हे ठाकुर हूँ दासरो मैं निर्गुण गुण नहीं कोय, नानक दीजै नाम दान राखों ही परोए, आए प्रभ शरणागति कृपा निध दयाल, एक अखर हर मन बसता नानक होत निहाल, वाहिगुरु नाम जहाज है चढ़ै सो उतरै पार, जो शरधा कर सेवंदे गुर पार उतारण हार, कथा निता प्रत होत है सुनहो सो सिंह सुजाना, नानक गुरु गोबिंद सिंह जी सदा करै कल्याण, नानक गुरु गोबिंद सिंह जी सदा करै कल्याण। एक ओंकार सतनाम करता पुरख ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ
ਗੋਬਿੰਦ ਸਿੰਘ ਜੀ। ਦੂਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ